ਜਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇੱਕ ਕਹਿੰਦੇ ਹੁੰਦੇ ਹੈ ਕਿ ਜੇ ਪਨੀਰ ਹੀ ਚੰਗੀ ਹੋਵੇ, ਉਹਨੂੰ ਬਚਾ ਲਿਆ ਜਾਵੇ ਤਾਂ ਉਹ ਤੋਂ ਉੱਗਣ ਵਾਲੀ ਫਸਲ ਝਾੜ ਵੀ ਚੰਗਾ ਦਿੰਦੀ ਹੈ ਤੇ ਉਹਨੂੰ ਬਿਮਾਰੀ ਵੀ ਕੋਈ ਨਹੀਂ ਲੱਗਦੀ। ਦਰਸ਼ਕੋ, ਇੱਕ ਉਚੇਚਾ ਪ੍ਰੋਗਰਾਮ ਅਸੀਂ ਲੈ ਕੇ ਆਏ। ਮੈਂ ਇਸ ਗੱਲ ਦੀ ਐਗਜ਼ਾਮਪਲ ਤਾਂ ਦਿੱਤੀ ਹੈ ਕਿ ਅੱਜ ਜਿੱਥੇ ਆਪਾਂ ਹੋਰ ਵੱਡੇ ਵੱਡੇ ਕੰਮ ਪੰਜਾਬ ਦੇ ਵਿੱਚ ਕਰ ਰਹੇ ਹਾਂ, ਚਾਹੇ ਉਹ ਨਵੀਂ ਸਰਕਾਰ ਹੋਵੇ, ਚਾਹੇ ਹੋਰ ਨਵੇਂ ਆਰਗੇਨਾਈਜੇਸ਼ਨਸ ਹੋਣ, ਪਰ ਸਾਰਿਆਂ ਤੋਂ ਵੱਡੀ ਲੋੜ ਹੈ ਇਸ ਟਾਈਮ ਸਾਡੇ ਬੱਚਿਆਂ ਨੂੰ ਬਚਾਉਣ ਦੀ, ਉਹਨਾਂ ਨੂੰ ਚੰਗੀ ਸਿੱਖਿਆ ਤੇ ਚੰਗਾ ਆਚਰਣ ਦੇਣ ਦੀ। ਕੁਛ ਲੋਕ ਇਸ ਗੱਲੋਂ ਸਮਰੱਥ ਹੁੰਦੇ ਨੇ, ਕੁਛ ਸਮਰੱਥ ਹੁੰਦੇ ਹੋਏ ਵੀ ਉਹ ਸਮਾਜ ਦੇ ਵਿੱਚ ਯੋਗਦਾਨ ਨਹੀਂ ਪਾ ਸਕਦੇ, ਆਪਣੇ ਬੱਚਿਆਂ ਨੂੰ ਉਸ ਲਾਇਕ ਨਹੀਂ ਬਣਾ ਸਕਦੇ। ਕਿਉਂਕਿ ਟਾਈਮ ਦੀ ਕਮੀ ਜਾਂ ਫਿਰ ਦੁਨੀਆ ਦੇ ਵਿੱਚ ਹੋਰ ਰੁਝੇਵਿਆਂ ਦਾ ਜ਼ਿਆਦਾ ਹੋਣਾ। ਦਰਸ਼ਕੋ, ਕਹਿੰਦੇ ਹੁੰਦੇ ਨੇ ਕਿ ਚੈਰਿਟੀ ਬਿਗਿਨਸ ਐਟ ਹੋਮ। ਆਪਾਂ ਕੀ ਕਰ ਸਕਦੇ ਹਾਂ? ਆਪਾਂ ਇਹਨਾਂ ਬਾਹਰਲੀਆਂ ਕੰਟਰੀਆਂ 'ਚ ਬੈਠੇ ਆਪਾਂ ਕੀ ਕਰ ਸਕਦੇ ਹਾਂ? ਆਪਾਂ ਚਾਹੇ ਕਹਿੰਦੇ ਹੁੰਦੇ ਕਿ ਤਿਲ ਦਾ ਵੀ ਸਹਿਯੋਗ ਹੁੰਦਾ ਤੇ ਫੁੱਲ ਦਾ ਵੀ ਸਹਿਯੋਗ ਹੁੰਦਾ ਆ। ਇਸੇ ਚੀਜ਼ ਨੂੰ ਅੱਗੇ ਲੈ ਕੇ ਜੇ ਆਪਾਂ ਅੱਜ ਆਪਣੇ ਬੱਚੇ ਬਚਾ ਲਈਏ ਤਾਂ ਆਉਣ ਵਾਲੇ 10 ਜਾਂ 15 20 ਸਾਲਾਂ ਦੇ ਵਿੱਚ ਮੇਰਾ ਖਿਆਲ ਨਹੀਂ ਕਿ ਆਪਾਂ ਨੂੰ ਕੋਈ ਐਡਿਕਸ਼ਨ ਸੈਂਟਰ ਖੋਲ੍ਹਣ ਦੀ ਲੋੜ ਹੈ। ਮੇਰਾ ਖਿਆਲ ਨਹੀਂ ਕਿ ਆਪਾਂ ਨੂੰ ਜਿਹੜਾ ਆਚਰਣ ਪੱਖੋਂ ਗਿਰਦਾ ਪੰਜਾਬ ਆ ਜਾਂ ਹੋਰ ਆਚਰਣ ਪੱਖੋਂ ਗਿਰਦੀ ਇਨਸਾਨੀਅਤ ਆ, ਉਹਦੀ ਫਿਕਰ ਕਰਨ ਦੀ ਲੋੜ ਹੋਊਗੀ। ਇਹਨਾਂ ਚੀਜ਼ਾਂ ਨੂੰ ਬਚਾਉਣ ਲਈ ਇੱਕ ਬਹੁਤ ਹੀ ਵੱਡਾ ਜਿਹੜਾ ਅਦਾਰਾ ਹੈ, ਅਦਾਰਾ ਕਲਗੀਧਰ ਟਰੱਸਟ ਬੜੂ ਸਾਹਿਬ, 129 ਸਕੂਲ ਯਾਨੀ ਕਿ 129 ਅਕੈਡਮੀਆਂ ਤੇ 2 ਯੂਨੀਵਰਸਿਟੀਜ਼ ਨੂੰ ਨਾਲ ਲੈ ਕੇ ਚੱਲ ਰਿਹਾ ਆ। ਲੋਕਾਂ ਦਾ ਭਵਿੱਖ ਬਣਾ ਰਿਹਾ, ਬੱਚਿਆਂ ਨੂੰ ਬਚਾ ਰਿਹਾ, ਨਾਲ ਵੂਮਨ ਇੰਪਾਵਰਮੈਂਟ ਸੈਂਟਰ ਵੀ ਚੱਲ ਰਹੇ ਨੇ। ਉਹਨਾਂ ਦਾ ਨਤੀਜਾ ਕੀ ਹੈ, ਸਿੱਟਾ ਕੀ ਹੈ? ਦਰਸ਼ਕੋ, ਮੈਂ ਤੁਹਾਨੂੰ ਆਉਣ ਵਾਲੇ ਟਾਈਮ 'ਚ ਇੱਕ ਉਦਾਹਰਣ ਜਾਂ ਕਿ 2 ਉਦਾਹਰਣ ਦੇ ਕੇ ਸ਼ਾਇਦ ਇੱਕ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂ। ਮੈਂ ਇਹ ਗੱਲਾਂ ਤਾਂ ਕਰ ਰਿਹਾ ਕਿਉਂਕਿ ਇਸ ਜਿਹੜੀ ਸੰਸਥਾ ਹੈ ਉਹਦੇ ਜਿਹੜੇ ਬਾਨੀ ਸੀਗੇ ਸੰਤ ਬਾਬਾ ਇਕਬਾਲ ਸਿੰਘ ਜੀ, ਉਹਨਾਂ ਤੋਂ ਬਾਅਦ ਹੁਣ ਜਿਹੜੇ ਸੇਵਾ ਨਿਭਾ ਰਹੇ ਨੇ ਮੁੱਖ ਸੇਵਾਦਾਰ ਸੰਤ ਬਾਬਾ ਡਾਕਟਰ ਦਵਿੰਦਰ ਸਿੰਘ ਜੀ ਉਚੇਚੇ ਤੌਰ 'ਤੇ ਇਸ ਟਾਈਮ US ਟ੍ਰਿਪ ਤੇ US ਟੂਰ 'ਤੇ ਆਏ ਹੋਏ ਨੇ। ਅਦਾਰਾ ਜਸ ਪੰਜਾਬੀ, ਸਾਡੀ CEO ਕੱਟ, ਸਾਡੇ ਮਾਲਕ ਕੱਟ, ਮੈਂਟਰ ਜ਼ਿਆਦਾ ਪੈਣੀ ਸੰਧੂ ਦੀ ਅਗਵਾਈ ਹੇਠ ਅਸੀਂ ਪੂਰਾ ਟ੍ਰਿਪ ਅਦਾਰਾ ਜਸ ਪੰਜਾਬੀ ਮਾਣ ਮਹਿਸੂਸ ਕਰ ਰਿਹਾ ਕਿ ਸੰਤ ਬਾਬਾ ਜੀ ਦੀ ਜਿਹੜੀ ਇਹ ਸੇਵਾ ਉੱਥੇ ਲੱਗ ਰਹੀ ਹੈ, ਜੋ ਇੱਥੇ ਕਰਕੇ ਜਾਣਗੇ ਉਹਨੂੰ ਪੂਰੀ ਤਰ੍ਹਾਂ ਕਵਰੇਜ ਦੇਣ ਲਈ ਅਦਾਰਾ ਜਸ ਪੰਜਾਬੀ ਮਾਣ ਮਹਿਸੂਸ ਕਰ ਰਿਹਾ। ਸਾਰੀਆਂ ਗੱਲਾਂ ਬਾਤਾਂ ਕਰਨਾ, ਸਾਡਾ ਪੈਨਲ ਵੀ ਜੁੜਿਆ ਹੋਇਆ ਤੇ ਲਾਈਵ ਸੰਗਤ, ਲਾਈਵ ਆਡੀਅנס ਵੀ ਜੁੜੀ ਹੋਈ ਹੈ। ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਮੈਂ ਤੁਹਾਡੇ ਰੂਬਰੂ ਕਰਦਾ ਸਾਡੇ ਜਿਹੜੇ ਪੈਨਲਿਸਟ ਨੇ, ਸਭ ਤੋਂ ਵੱਡਾ ਬਹੁਤ ਸਤਿਕਾਰਯੋਗ ਸ਼ਖਸੀਅਤ ਡਾਕਟਰ ਸੰਤ ਬਾਬਾ ਦਵਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਦਾਰਾ ਕਲਗੀਧਰ ਟਰੱਸਟ ਦੇ ਮੁੱਖ ਸੇਵਾਦਾਰ ਸਰਦਾਰ ਰਵਿੰਦਰਪਾਲ ਸਿੰਘ ਜੀ ਕੋਹਲੀ ਵੀ ਸਾਡੇ ਨਾਲ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਕੋਹਲੀ ਸਾਹਿਬ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇੱਕ ਗੱਲ ਤੁਹਾਡੇ ਨਾਲ ਫੇਰ ਸਾਂਝੀ ਕਰਾਂ ਕਿ ਅੱਜ ਅਸੀਂ ਇਸ ਜੋ ਟ੍ਰਿਪ ਇਹ ਚੱਲ ਰਿਹਾ, ਟੂਰ ਚੱਲ ਰਿਹਾ, ਉਹਨੂੰ ਲੈ ਕੇ ਅੱਜ ਅਸੀਂ ਮਜ਼ੂਰੀ ਦੇ ਸੈਂਟ ਲੂਇਸ ਗੁਰੂ ਘਰ ਵਿਖੇ ਇਕੱਠੇ ਹੋਏ ਹਾਂ। ਸੈਂਟ ਲੂਇਸ ਤੇ ਆਲੇ ਦੁਆਲੇ ਦੀ ਜਿਹੜੀ ਸੰਗਤ ਆ ਸਾਡੇ ਨਾਲ ਬੜੀ ਜੁੜ ਚੁੱਕੀ ਹੈ ਔਰ ਇਸ ਚੀਜ਼ ਦਾ ਸਾਰਾ ਉਪਰਾਲਾ ਜਿਹੜਾ ਸੰਗਤ ਨੂੰ ਇਕੱਠੀ ਕਰਨਾ, ਉਸ ਤੋਂ ਬਾਅਦ ਹਰ ਚੀਜ਼ ਦਾ ਇੰਤਜ਼ਾਮ ਕਰਨਾ, ਬਹੁਤ ਹੀ ਕਮਿਊਨਿਟੀ ਦੇ ਉੱਘੇ ਲੀਡਰ ਇੱਥੋਂ ਦੇ ਸੇਂਟ ਲੂਇਸ ਦੇ ਤੇ ਮੁੱਖ ਸੇਵਾਦਾਰ ਅਦਾਰਾ ਕਲਗੀਧਰ ਟਰੱਸਟ ਦੇ ਡਾਕਟਰ ਗੁਰਪ੍ਰਕਾਸ਼ ਸਿੰਘ ਜੀ ਸਾਡੇ ਨਾਲ ਜੁੜੇ। ਉਹਨਾਂ ਦੇ ਜਿਹੜੇ ਮਿਸਿਸ ਨੇ ਡਾਕਟਰ ਸੋਫੀਆ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਰਾ ਕੁਝ ਜਿਹੜਾ ਇੰਤਜ਼ਾਮ ਕਰਨ ਦਾ। ਤੇ ਬਹੁਤ ਬਹੁਤ ਸਵਾਗਤ ਸਰ ਤੁਹਾਡਾ ਪੈਨਲ ਦੇ ਵਿੱਚ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਸਾਰ ਤੋਂ ਪਹਿਲਾਂ ਆਪਾਂ ਉਸ ਪਰਮਪਿਤਾ ਪਰਮਾਤਮਾ ਦਾ ਸ਼ੁਕਰਾਨਾ ਅਰਜ਼ ਕਰਦੇ ਹਾਂ ਕਿ ਗੁਰੂ ਘਰ ਵਿਖੇ ਬੈਠੇ ਆਪਾਂ ਸੈਂਟ ਲੂਇਸ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਥਾ ਟੇਕ ਕੇ ਅਸੀਂ ਇਹ ਸ਼ੁਰੂ ਕੀਤਾ ਸਾਰਾ ਕੁਝ। ਇੱਥੋਂ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਸਰਦਾਰ ਸੁਖਚੈਨ ਸਿੰਘ ਜੀ, ਉਹਨਾਂ ਦਾ ਤੇ ਪੂਰੀ ਕਮੇਟੀ ਦਾ ਤੇ ਪੂਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅੱਜ ਇਸੇ ਉਚੇਚਾ ਪ੍ਰੋਗਰਾਮ ਜਿਹੜਾ ਹੈ ਅਦਾਰਾ ਕਲਗੀਧਰ ਟਰੱਸਟ ਵਾਸਤੇ ਇਹ ਲੈ ਕੇ ਆਏ ਹਾਂ ਕਿਉਂਕਿ ਅੱਜ ਸਾਨੂੰ ਲੋੜ ਹੈ। ਜਿਹੜਾ ਪੰਜਾਬ ਦੇ ਵਿੱਚ ਹੁਣ ਤਰ੍ਹਾਂ ਤਰ੍ਹਾਂ ਦੇ ਨਸ਼ੇ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆ ਰਹੀਆਂ, ਕਿਉਂ ਆ ਰਹੀਆਂ? ਕਿਉਂਕਿ ਐਜੂਕੇਸ਼ਨ ਦੀ ਘਾਟ। ਅੱਜ ਇੱਕ ਬੱਚਾ, ਦਰਸ਼ਕੋ, ਮੈਂ ਥੋੜ੍ਹੇ ਜਿਹੇ ਆંકੜੇ ਤੁਹਾਡੇ ਨਾਲ ਸ਼ੇਅਰ ਕਰਕੇ ਮੈਂ ਤੁਹਾਡੇ ਬਾਬਾ ਜੀ ਨੂੰ ਤੁਹਾਡੇ ਰੂਬਰੂ ਕਰੂੰਗਾ। $4000 ਜੇ ਆਪਾਂ ਉਹਨਾਂ ਨੂੰ ਡਿਵਾਈਡ ਕਰੀਏ ਤਾਂ $1 ਜਾਂ $1.5 ਬਣਦਾ। ਅੱਜ ਮਹਿੰਗਾਈ ਦੇ ਜ਼ਮਾਨੇ ਵਿੱਚ ਆਪਾਂ ਇੱਕ ਸਟਾਰਬਕਸ ਜਾਂ ਕਿਸੇ ਹੋਰ ਕਾਫੀ ਸ਼ਾਪ ਤੋਂ ਕਾਫੀ ਲਈਏ ਤਾਂ $4-5 ਦੀ ਬਣਦੀ ਹੈ, ਤਾਂ ਆਪਾਂ ਅੱਧੀ ਪੀਂਦੇ, ਅੱਧੀ ਸਿੱਟ ਦਿੰਦੇ ਹਾਂ। $1.5 ਦਰਸ਼ਕੋ, $1.5 ਨਾਲ ਰੋਜ਼ ਦਾ ਜੇ ਤੁਸੀਂ ਇੱਕ ਬੱਚਾ ਅਡਾਪਟ ਕਰਦੇ ਹੋ ਦਰਸ਼ਕੋ ਤਾਂ $500 ਇੱਕ ਸਾਲ ਦਾ, ਪਰ ਜੇ $4000 ਦਿੰਦੇ ਹੋ
उस $4000 ਤੇ ਉਹਦੇ ਵਿਆਜ ਨਾਲ ਪਹਿਲੀ ਤੋਂ ਲੈ ਕੇ 12ਵੀਂ ਤੱਕ ਇੱਕ ਬੱਚੇ ਨੂੰ ਤੁਸੀਂ ਅਡਾਪਟ ਕਰ ਸਕਦੇ ਹੋ, ਜਿਹੜਾ ਕਿ ਆਪਦਾ ਭਵਿੱਖ ਬਣਾ ਕੇ, ਨਾ ਕਿ ਉਹ ਸਮਾਜ ਦੇ ਵਿੱਚ ਇੱਕ ਚੰਗਾ ਨਾਗਰਿਕ ਹੋ ਕੇ ਵਿਚਰੇਗਾ ਔਰ ਹੋਰ ਕਈ ਬੱਚਿਆਂ ਨੂੰ, ਚਾਹੇ ਆਪਦੇ ਪਿੰਡ ਦੇ, ਆਪਦੇ ਨਗਰ ਦੇ, ਆਪਦੇ ਸ਼ਹਿਰ ਦੇ ਹੋਰ ਕਈ ਬੱਚਿਆਂ ਨੂੰ, ਨਾਲਦਿਆਂ ਨੂੰ ਹੋਰ ਪੜ੍ਹਾਵੇਗਾ ਵੀ ਅਤੇ ਅੱਗੇ ਚੰਗੀ ਸੇਧ ਦੇਣ ਦੇ ਵਿੱਚ ਕਾਬਿਲ ਹੋਵੇਗਾ। ਇਹਨਾਂ ਸਾਰੀਆਂ ਗੱਲਾਂ 'ਤੇ ਫਿਰ ਹੋਰ ਝਾਤ ਪੜਦੇ। ਪਹਿਲਾਂ ਸਵਾਗਤ ਡਾਕਟਰ ਸੰਤ ਬਾਬਾ ਦਵਿੰਦਰ ਸਿੰਘ ਜੀ, ਤੁਸੀਂ ਆਏ ਹੋ US ਟੂਰ ਦੇ ਵਿੱਚ, ਬਹੁਤ ਬਹੁਤ ਸਵਾਗਤ ਅਗੇਨ। ਪਹਿਲਾਂ ਮੈਨੂੰ ਇਹ ਦੱਸੋ ਕਿ ਕਿਹੜਾ ਮਿਸ਼ਨ ਲੈ ਕੇ ਆਏ ਹੋ, ਕੀ ਐਕਸਪੈਕਟੇਸ਼ਨਸ ਨੇ ਤੁਹਾਡੀ ਇਸ US ਦੀ ਸੰਗਤ ਵੱਲੋਂ? ਸਾਡਾ ਮੇਨ ਆਬਜੈਕਟਿਵ ਹੈ ਜੀ ਕਿ ਜੋ ਇਹ ਮਹਾਪੁਰਸ਼ਾਂ ਦੀ ਚਲਾਈ ਹੋਈ ਇਹ ਸੰਸਥਾ ਹੈ, ਸੰਤ ਅਤਰ ਸਿੰਘ ਜੀ ਮਹਾਰਾਜ, ਉਸ ਤੋਂ ਬਾਅਦ ਸੰਤ ਤੇਜਾ ਸਿੰਘ ਜੀ ਮਹਾਰਾਜ, ਫਿਰ ਮਹਾਪੁਰਸ਼ ਸੰਤ ਬਾਬਾ ਇਕਬਾਲ ਸਿੰਘ ਜੀ ਨੇ, ਜੋ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦਾ ਸੁਪਨਾ ਸੀ 1906 ਵਿੱਚ ਉਹਨਾਂ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਐਸੀ ਸੰਸਥਾ ਬਣਾਈ ਜਾਏ, ਐਸੇ ਸਕੂਲ ਖੋਲ੍ਹੇ ਜਾਣ ਜਿੱਥੋਂ ਕਿ ਬੱਚੇ ਬੱਚੀਆਂ ਅਧਿਆਤਮਕ ਅਤੇ ਦੁਨਿਆਵੀ ਵਿਦਿਆ ਇਹ ਲੈ ਕੇ ਸਾਰੀ ਦੁਨੀਆ ਵਿੱਚ ਸ਼ਾਂਤੀ ਦਾ ਮੈਸੇਜ ਦੇਣਗੇ। ਜੇ ਅਸੀਂ ਅੱਜ ਵੀ ਦੇਖੀਏ ਤੇ ਸਭ ਤੋਂ ਪ੍ਰੈਸਿੰਗ ਪ੍ਰੋਬਲਮ ਕਲਾਈਮੇਟ ਦੀ ਜੋ ਕ੍ਰਾਈਸਿਸ ਆ ਰਹੀ ਹੈ, ਉਸ ਤੋਂ ਵੀ ਵੱਡੀ ਪ੍ਰੋਬਲਮ ਮੈਨ ਕ੍ਰੀਏਟਡ ਥ੍ਰੈਟ ਟੂ ਪੀਸ, ਉਹ ਸਾਡੇ ਵਾਸਤੇ ਸਾਹਮਣੇ ਹੈ। ਉਸ ਦਾ ਇੱਕੋ ਹੀ ਇੱਕ ਤਰੀਕਾ ਹੈ ਕਿ ਬੱਚਿਆਂ ਨੂੰ ਅਸੀਂ ਅਧਿਆਤਮ ਦੇ ਨਾਲ ਜੋੜੀਏ, ਸਪਿਰਿਚੁਅਲਿਟੀ ਦੇ ਨਾਲ ਜੋੜੀਏ। ਸੋ ਇਹ ਉਪਰਾਲਾ ਜੋ ਸੰਤ ਅਤਰ ਸਿੰਘ ਮਹਾਰਾਜ ਨੇ ਜੋ ਆਦੇਸ਼ ਦਿੱਤਾ ਸੀਗਾ, ਉਹਨਾਂ ਦੇ ਸੇਵਕ ਸੰਤ ਤੇਜਾ ਸਿੰਘ ਜੀ ਮਹਾਰਾਜ ਜੀ ਨੇ ਬੜੂ ਸਾਹਿਬ ਦੀ ਪਵਿੱਤਰ ਧਰਤੀ ਆਪਣੇ ਸੇਵਕ ਬਾਬਾ ਇਕਬਾਲ ਸਿੰਘ ਜੀ ਅਤੇ ਡਾਕਟਰ ਖੇਮ ਸਿੰਘ ਜੀ ਤੋਂ ਪ੍ਰਗਟ ਕਰਵਾਈ ਅਤੇ 5 ਬੱਚਿਆਂ ਨਾਲ ਬਾਬਾ ਇਕਬਾਲ ਸਿੰਘ ਜੀ ਨੇ 1986 ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਸਥਾਪਿਤ ਕੀਤੀ। ਸੋ ਦਾਸ ਇਹ ਮੈਸੇਜ ਦੇਣ ਆ ਰਿਹਾ ਹੈ ਕਿ ਅੱਜ ਉਹ ਜੋ ਛੋਟਾ ਜਿਹਾ ਬੂਟਾ ਲਗਾਇਆ ਸੀ 1986 ਵਿੱਚ, ਜਿਸ ਦੀ ਅਰਦਾਸ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ 1959 ਵਿੱਚ ਕੀਤੀ ਸੀ, ਉਹ ਅੱਜ ਇੱਕ ਵਿਸ਼ਾਲ ਰੂਪ ਬਰਗਦ ਦਾ ਲੈ ਚੁੱਕਿਆ, ਜਿਹਦੀ ਟਹਿਣੀਆਂ ਪੂਰੇ ਉੱਤਰੀ ਭਾਰਤ ਵਿੱਚ ਹਨ। 129 ਅਕੈਡਮੀਜ਼ ਇਸਟੈਬਲਿਸ਼ ਹੋ ਗਈਆਂ ਹਨ, 2 ਹਾਇਰ ਐਜੂਕੇਸ਼ਨ ਦੀ ਯੂਨੀਵਰਸਿਟੀ ਇਸਟੈਬਲਿਸ਼ ਹੋ ਗਈਆਂ ਹਨ। ਇਹਨਾਂ ਵਿੱਚ 60,000 ਬੱਚਾ ਰੋਜ਼ ਨਿਤਨੇਮ ਕਰਨ ਉਪਰੰਤ ਆਪਣੀ ਦੁਨਿਆਵੀ ਵਿਦਿਆ ਹਾਸਲ ਕਰਦਾ ਹੈ। ਆਬਜੈਕਟਿਵ ਬੜਾ ਕਲੀਅਰ ਹੈ ਕਿ ਅੱਛੇ ਇਨਸਾਨ, ਐਸੇ ਸੱਚੇ ਸੁੱਚੇ ਇਨਸਾਨ ਪੈਦਾ ਕੀਤੇ ਜਾਣ ਜਿਹੜੇ ਕਿ ਇਸ ਸੜਦੇ ਬਲਦੇ ਸੰਸਾਰ ਨੂੰ ਠੰਡ ਪਹੁੰਚਾ ਸਕਣ, ਸ਼ਾਂਤੀ ਪਹੁੰਚਾ ਸਕਣ, ਪਿਆਰ ਦਾ ਮੈਸੇਜ, ਦਇਆ ਦਾ ਮੈਸੇਜ, ਕਰੁਣਾ ਦਾ ਮੈਸੇਜ ਪੂਰੀ ਦੁਨੀਆ ਨੂੰ ਦੇ ਸਕਣ। ਇਹ ਆਬਜੈਕਟਿਵ ਹੈ ਦਾਸ। ਇਹ ਜੋ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ, ਇਹ ਜਾਣੂ ਕਰਵਾਉਣ ਵਾਸਤੇ ਇੱਥੇ ਉਚੇਚਾ ਪਹੁੰਚਿਆ ਹੈ ਅਤੇ ਨਾਲ ਹੀ ਸੰਗਤ ਨੂੰ ਬੇਨਤੀ ਕਰੇਗਾ ਕਿ ਮਹਾਰਾਜ ਦੀ ਬਹੁਤ ਬਖਸ਼ਿਸ਼ ਹੈ। ਇੱਥੇ ਜੋ ਸੰਗਤਾਂ ਆਈਆਂ ਹਨ ਪੰਜਾਬ ਤੋਂ ਹੋ ਜਾਂ ਹੋਰ ਕਿਸੇ ਭਾਰਤ ਦੇ ਇਲਾਕੇ ਤੋਂ, ਉਹਨਾਂ ਨੇ ਆਪਣੀ ਪਰਸਨਲ ਜਿਹੜੀ ਉਹਨਾਂ ਦੀ ਇਕਨੋਮਿਕ ਫਾਈਨੈਂਸ਼ੀਅਲ ਪ੍ਰੋਗਰੈਸ ਬਹੁਤ ਮਹਾਰਾਜ ਦੀ ਬਖਸ਼ਿਸ਼ ਨਾਲ ਹੋ ਗਈ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਪਰਿਵਾਰ ਤੋਂ ਹਟ ਕੇ ਇਹ ਕੰਟਰੀਬਿਊਟ ਕਰੀਏ ਕਿ ਜੋ ਪੰਜਾਬ ਦੇ ਗਰੀਬ ਬੱਚੇ ਹਨ, ਉਹਨਾਂ ਦਾ ਅਸੀਂ ਜੋ ਐਜੂਕੇਸ਼ਨ ਦਾ ਜ਼ਿੰਮਾ ਜ਼ਰੂਰ ਚੁੱਕੀਏ, ਥੋੜ੍ਹਾ ਸਪੋਰਟ ਕਰੀਏ ਤਾਂ ਕਿ ਸਾਡੇ ਪਿੰਡਾਂ ਦੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਮਿਲ ਸਕੇ। ਇਹ ਮੈਸੇਜ ਦੇਣ ਵਾਸਤੇ ਦਾਸ ਇੱਥੇ ਆਇਆ ਹੈ ਜੀ। ਬਾਬਾ ਜੀ ਸ਼ੁਕਰੀਆ, ਤੁਸੀਂ ਵਿਸਤਾਰ ਨਾਲ ਗੱਲ ਸਮਝਾਈ। ਆਪਾਂ ਆંકੜਿਆਂ ਨਾਲ ਅੱਗੇ ਫਿਰ ਵਧਾਂਗੇ, ਮੈਂ ਤੁਹਾਡੇ ਕੋਲ ਫਿਰ ਆਊਂਗਾ। ਦਰਸ਼ਕੋ, ਜਿਹੜੇ ਮੁੱਖ ਸੇਵਾਦਾਰ ਨੇ ਸਰਦਾਰ ਰਵਿੰਦਰਪਾਲ ਸਿੰਘ ਜੀ ਕੋਹਲੀ, ਮੈਂ ਸ਼ੇਅਰ ਕਰਦਾ ਕਿ ਡਾਕਟਰ ਸੰਤ ਬਾਬਾ ਜਿਹੜੇ ਦਵਿੰਦਰ ਸਿੰਘ ਜੀ ਹੈ ਅਤੇ ਰਵਿੰਦਰਪਾਲ ਸਿੰਘ ਜੀ ਇਹ ਕੋਲੀਗ ਵੀ ਰਹੇ, ਇਕੱਠੇ ਪੜ੍ਹੇ ਵੀ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਵਿੱਚ, ਬੜੇ ਪੁਰਾਣੇ ਸੇਵਾਦਾਰ ਨੇ ਰਵਿੰਦਰਪਾਲ ਸਿੰਘ ਜੀ ਕੋਹਲੀ। ਕੋਹਲੀ ਸਾਹਿਬ, ਸਵਾਗਤ ਤੁਹਾਡਾ ਪੈਨਲ ਦੇ ਵਿੱਚ। ਬਾਬਾ ਜੀ ਨੇ ਹੁਣੀ ਬਹੁਤ ਸੋਹਣੀ ਗੱਲ ਕਹੀ ਇੱਕ ਕਿ ਅਧਿਆਤਮਕ ਨਾਲ ਜਿਹੜੀ ਵਿਦਿਅਕ ਹੈ ਅਤੇ ਅਧਿਆਤਮਕ ਸਿੱਖਿਆ, ਦਰਸ਼ਕੋ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹੋ ਕਿ ਆਚਰਣ ਵੱਲੋਂ ਵੀ ਬਹੁਤ ਹਾਲਾਤ ਮਾੜੇ ਨੇ। ਜੇ ਅਧਿਆਤਮਕ ਸਿੱਖਿਆ ਹੋਊਗੀ ਤਾਂ ਜਿਹੜੀ ਕੌਮਨੈਸ ਹੈ, ਜਿਹੜੀ ਸੰਸਾਰ ਦੇ ਵਿੱਚ, ਇੱਕ ਸਮਾਜ ਦੇ ਵਿੱਚ ਚੰਗੀ ਤਰ੍ਹਾਂ ਵਿਚਰਨ ਦਾ ਜਿਹੜੀ ਮਾਨਸਿਕਤਾ ਹੁੰਦੀ, ਉਹ ਬਹੁਤ ਚੰਗੀ ਤਰ੍ਹਾਂ ਡਿਵੈਲਪ ਹੁੰਦੀ ਹੈ। ਮੈਂ ਚਾਹੁੰਦਾ ਕੋਹਲੀ ਸਾਹਿਬ ਪਹਿਲਾਂ ਦੱਸਣ ਇਹਦਾ ਮਤਲਬ ਇਹ 'ਤੇ ਐਲੈਬੋਰੇਸ਼ਨ ਦੇਣ, ਅਤੇ ਨਾਲੇ ਚਾਹੁਣ ਕਦੋਂ ਤੋਂ ਅਤੇ ਕਿੱਥੇ ਕੁ ਖੜ੍ਹੇ ਹੁਣ ਆਪਾਂ ਬੱਚਿਆਂ ਦੀ ਐਜੂਕੇਸ਼ਨ ਲੈ ਕੇ ਉਹ ਅਦਾਰਾ। ਵੀਰ ਜੀ, ਇੱਕ ਬੇਨਤੀ ਹੈ, ਇੱਕ ਛੋਟੀ ਜਿਹੀ ਕਰੈਕਸ਼ਨ ਕਰਾਂਗਾ।
मैं डॉक्टर साहब का क्लासमेट नहीं हाँ, मैं उम्र तो छोटा उन्होंने तो जी जी कलीग सेवादार जरूर रहा डॉक्टर साहब नाल। ते हुण आगे आपां जिस पॉइंट ते तुसीं गल कीती है, अगर इतिहास में वापस देखा जाए, दोहराया जाए, वर्ल्ड वार 1 वर्ल्ड वार 2 दुनिया जो विनाश होया है मेजरली साइंस की प्रोग्रेस के नाल डायरैक्टली प्रोपोर्शनल है। जो जो साइंस प्रोग्रेस करती गई इस तरह ही वैपनरी सिस्टम वधदा गया, इस तरह ही विनाश जिहड़ा है वधदा गया। अज जो दुनिया स्ट्राइफ है हर पासे, अज यूक्रेन का वॉर चल रहा है, पिछले साल कुछ होर चल रहा सी, उस तो पहले ईरान इराक अफगानिस्तान यही कुछ चल रहा है। कहने का भाव है कि सिर्फ साइंस के उत्ते जिहड़ा फोकस गया है, इट हैज़ नॉट क्रिएटेड गुड ह्यूमन बींग्स। वी माइट हैव क्रिएटेड गुड प्रोफेशनल्स, गुड डॉक्टर्स, इंजीनियर्स, बट we somehow the society has failed to produce good human beings also। जी संत जी का, संत अता सिंह महाराज जी का मेन जिहड़ा मिशन सी यही सी, जिस तरह बाबा जी ने दस्सिया है कि दुनियावी विद्या ते स्पिरिचुअल एजुकेशन नूं इंबाइब करके बच्चों दे विच गुड ह्यूमन बींग्स तैयार करिए, ताकि समाज जाके दे कैन गिव इट बैक टू द सोसाइटी, वापस कंट्रीब्यूट कर सकन, ना सिर्फ चंगे इंजीनियर बनन बट चंगे इंसान बन के वो काम करन। जी जी। सो आई फील जो पद्मश्री श्रोमणी पंथ रतन बाबा इकबाल सिंह जी, विद्या मार्तंड का भी उन्होंने खिताब दिता गया सी, जो उन्होंने 1986 तो लैके 2022 के अपने सफ़र दे विच ड्यूरिंग दिस आफ्टर रिटायरमेंट, असी जरूर ध्यान ही रखे कि पोस्ट रिटायरमेंट उन्होंने सारे काम किए। जदों लोग सोटियां फड़ के रिटायर होकर घर बह जाते हैं तो अखबारां पढ़ लेंगे ने जी, बाबा जी ने उस दौरान यह सारा कुछ करके 5 बच्चों नाल शुरू करके इट नाल इट जोड़ के संस्था नूं इस लायक बना दिता है कि अज दुनिया सारे दे विच पहचानी जाती है। कलगीधर ट्रस्ट बड़ू साहब, अकाल अकैडमी का नाम जिथे मर्जी लै लीए, अचीवर्स लै लीए, भावें IAS चले लीए, सिविल सर्विसेज लै लीए, NDA विच लै लीए, छोटे जे पिंडां तो आए बच्चे अज नैशनल रैंक्स लैके आ रहे हैं। इट इज़ एन अचीवमेंट। शुक्रिया कोहली साहब। डॉक्टर गुरप्रकाश सिंह जी जिहड़े सेंट लुइस ही तो ही बिलोंग करते, तो जिहड़ा एडा वड्डा उपराला संगत नूं इकट्ठी करना ते उस तों बाद अदारे की सेवा करना। डॉक्टर साहब पहलां तो दसो कि डॉक्टर सोफिया जी भी ने, पहलां दसो तुसीं कि अदारे नाल कदों तो जुड़े, तो हुण इस टाइम आपां किन्ना क वड्डा हुंगारा आपां अदारे नूं दे सकदे हां? वाहिगुरू जी का खालसा, वाहिगुरू जी की फतेह जी। पहला तो मैं डॉक्टर दविंदर सिंह उन्हों का बहुत ही शुकराना करदा कि उन्होंने सेंट लुइस आए ने ते सारी संगत नूं अपना मैसेज दे रहे ने। मैं जस पंजाबी TV का शुकराना करदा जिहड़ा कि उन्हों दे विचार जिहड़ी साडा इंटरैक्शन है सेंट लुइस की संगत नाल वो बाकी शहरों तक पहुँचा रहे हैं। रही गल मेरी, मैं डॉक्टर साहब मेरे जमाती ने मैडिकल कॉलेज दे विच, ते मैं इन्हां दा कैरेक्टर जिहड़ा हैगा वो ते तुसी मैं की दस सकदा। ही इज़ अ सैल्फलैस परसन, ही वॉज सैल्फलैस एट दैट लैवल जदों उत्थे कॉलेज सीगे। You go out of the way to help patients। जी। तो इट इज़ नॉट सरप्राइजिंग कि इन्हों ने जिहड़ा हैगा हुण संभाला हैगा बागडोर अकाल अकैडमी की, तो मुद्दा आ जाता हैगा जिवें तुसीं वीर जी कहा हैगा कि पंजाब का की हाल है तो उन्हां दी जनरेशनस का की हाल है। स्ट्रेट टू दी पॉइंट कि आपां बच्चों लई की कर रहे हैं तो की कर सकते हैं। हिस्टरी नूं कदे फॉरगेट नहीं कर सकते तुसी, वो किसी तरीके नाल तुहानूं याद दिलांदी है। महाराजा रणजीत सिंह दे टाइम ते जिहड़ा पंजाब एडा वड्डा सीगा, उस वेले लिटरेसी 100% सीगी कि बाहरों देश आके पुछदे सी कि इत्थे किवें पढ़ाई हो रही है। हुण जनरेशनस खत्म हो गई ने नशे तो, उदों पहलां घल्लूकारे तो, ते अज हुण ਜਿਹੜੇ स्टूडेंट्स ने उन्हां कोल सामने कोई सहारा नहीं रह गया है। असी इत्थे बैठे हाँ वेरी फॉर्चुनेट, जिन्ने सारे आपां बैठे हैं इत्थे, साडे सारिਆਂ ਦੇ दिमाग 'ਚ आउंदा है
ਵੀ ਆਰ ਬਲੈਸਡ ਇਨ ਅ ਵੇ ਕਿ ਅਸੀਂ ਇੱਥੇ ਆਏ ਹਾਂ, ਵੀ ਸਿਟਿੰਗ ਇਨ ਦ ਗ੍ਰੀਨ ਪਾਸਚਰਸ, ਪਰ ਸਾਡੇ ਦਿਮਾਗਾਂ 'ਚ ਸਾਡੇ ਪੰਜਾਬ ਦੀ ਗੱਲ ਠਣਕਦੀ ਹੈ ਕਿ ਅਸੀਂ ਕੀ ਕਰ ਸਕਦੇ ਹਾਂ। ਰੋਜ਼ ਖਬਰਾਂ ਸੁਣਦੇ ਹਾਂ ਜਦੋਂ, ਔਰ ਦੇਖਦੇ ਹਾਂ ਕੀ ਬੁਰਾ ਹਾਲ ਹੈ। ਤੇ ਇਹ ਜੇ ਜਗ੍ਹਾ ਦੇ ਵਿੱਚ ਡਾਕਟਰ ਸਾਹਿਬ ਦੀ ਅਕੈਡਮੀ ਨੇ 129 ਸਕੂਲ ਖੜੇ ਕਰਤੇ ਨੇ, ਇਨਫਰਾਸਟ੍ਰਕਚਰ ਰੈਡੀ ਹੈ, ਪਰ ਬੱਚਿਆਂ ਦੇ ਕੋਲ ਸਪੋਰਟ ਨਹੀਂ ਹੈ। ਜੀ, ਇੱਕ ਦਿਨ ਦਾ $1.5 ਇਹ ਮਜ਼ਾਕ ਹੀ ਹੈਗਾ। ਲੇਕਿਨ ਉੱਥੇ ਸਕੂਲ ਹੈਗਾ ਪਿੰਡ ਦੇ ਵਿੱਚ, 2 ਬੱਚੇ ਪੜ੍ਹ ਰਹੇ, ਬਾਕੀ 50 ਅਫੋਰਡ ਨਹੀਂ ਕਰ ਪਾ ਰਹੇ। ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ? $500 ਦੇ ਅੰਦਰ ਪੂਰਾ ਸਾਲ ਪੜ੍ਹ ਜਾਂਦਾ ਬੱਚਾ। ਦੇਖੋ ਜੀ, ਐਜੂਕੇਸ਼ਨ ਜਦ ਤੱਕ ਉੱਤੇ ਨਹੀਂ ਆਏਗੀ, ਸਾਡਾ ਫਿਊਚਰ ਉੱਤੇ ਨਹੀਂ ਉੱਠੇਗਾ। ਜੀ 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 ਜੀ, ਅਸੀਂ ਐਜੂਕੇਸ਼ਨ ਨੂੰ ਉੱਤੇ ਉੱਠਣ ਦਾ ਇਹੀ ਤਰੀਕਾ ਹੈ ਕਿ ਜਿਹੜੇ ਨਹੀਂ ਹੈਗੇ ਉੱਥੇ ਫੋਰਚੂਨੇਟ, ਵਾਹਿਗੁਰੂ ਕਰੇ ਸਾਡੇ ਸਾਰਿਆਂ ਦੇ। ਰੱਬ ਕਹਿੰਦਾ ਤੁਸੀਂ ਇੱਕ ਨੂੰ ਬੱਚੇ ਨੂੰ ਮਦਦ ਕਰੋਗੇ ਤਾਂ ਵਾਹਿਗੁਰੂ ਤੁਹਾਡੇ ਬੱਚਿਆਂ ਦੀ ਮਦਦ ਕਰੇਗਾ। ਜੀ 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 ਜੀ, ਬਹੁਤ ਵਧੀਆ ਕੋਲੀ ਸਾਹਿਬ। ਤੁਸੀਂ ਅਸੀਂ ਦੱਸੋ ਇਹ ਕਿਵੇਂ ਨਹੀਂ ਕਰ ਸਕਦੇ? ਕਿਉਂ ਪੋਸੀਬਲ ਨਹੀਂ ਹੈਗਾ ਇਹ? ਇਟ ਇਜ਼ ਵੈਰੀ ਮਚ ਪੋਸੀਬਲ ਬਿਕੋਜ਼ ਉੱਥੇ ਇਨਫਰਾਸਟ੍ਰਕਚਰ ਖੜਾ ਹੈ। ਇਹਨਾਂ ਦੇ ਬੱਚੇ 99% ਸਕੋਰ ਕਰ ਰਹੇ ਨੇ। ਜੀ ਜੀ, ਕੱਲੇ ਪੰਜਾਬ 'ਚ ਨਹੀਂ, ਹਿਮਾਚਲ 'ਚ ਯੂਨੀਵਰਸਿਟੀ ਖੜੀ ਕਰਤੀ ਹੈ ਹਾਇਰ ਐਜੂਕੇਸ਼ਨ ਲਈ, ਤਾਂ ਕਿ ਉੱਤੇ ਉੱਠਣ ਤੇ ਆਪਣਾ ਇਟ ਇਜ਼ ਟਾਈਮ ਟੂ ਕਮ ਬੈਕ ਐਂਡ ਟੇਕ ਅਪ ਬੈਕ ਆਵਰ ਕਿਡਸ। ਜੀ, ਬਹੁਤ ਵਾਹਿਗੁਰੂ ਜੀ ਸ਼ੁਕਰੀਆ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਡਾਕਟਰ ਗੁਰਪ੍ਰਕਾਸ਼ ਸਿੰਘ ਜੀ ਜਿਹੜਾ ਕਿ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਸੈਂਟ ਲੂਇਸ ਤੇ ਆਲੇ ਦੁਆਲੇ ਦੀ ਸੰਗਤਾਂ ਵੱਲੋਂ, ਬਹੁਤ ਵੱਡਾ ਹੁਲਾਰਾ ਜਿਹੜਾ ਮਿਲ ਰਿਹਾ ਅਦਾਰਾ ਕਲਗੀਧਰ ਟਰਸਟ ਨੂੰ। ਅਗੇਨ ਉਹਨਾਂ ਨੇ ਕਿਹਾ $1.5 ਜਾਂ $1 ਜਾਂ $1.5 ਗੱਲ ਮਜ਼ਾਕ ਦੀ ਹੈ, ਪਰ ਇੱਕ ਬੱਚੇ ਦੀ ਜ਼ਿੰਦਗੀ ਜੇ ਬਣ ਜੇ, ਯਾਦ ਰੱਖਿਓ ਉਹ ਚਾਨਣ ਮੁਨਾਰਾ ਬਣ ਸਕਦਾ ਆਉਣ ਵਾਲੀਆਂ ਪੀੜ੍ਹੀਆਂ ਲਈ। ਦਰਸ਼ਕੋ, ਰੁਕਣਾ ਪਰ ਹੈ ਕੁਇਕ ਬ੍ਰੇਕ ਲਈ। ਇਸ ਜਿਹੜਾ ਸਪੈਸ਼ਲ ਪ੍ਰੋਗਰਾਮ ਅਸੀਂ ਜਾਰੀ ਰੱਖਾਂਗੇ। ਇੱਦਾਂ ਹੀ ਦੇਖਦੇ ਰਹੋ ਜਸ ਪੰਜਾਬੀ। ਜੀ, ਤੁਹਾਡਾ ਸਾਰਿਆਂ ਦਾ ਫੇਰ ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਉਚੇਚਾ ਪ੍ਰੋਗਰਾਮ ਨਿਵੇਕਲਾ ਲੈ ਕੇ ਅੱਜ ਅਸੀਂ ਸੈਂਟ ਲੂਇਸ ਦੀ ਧਰਤੀ ਤੇ ਆਏ ਹੋਏ ਹਾਂ। ਮੈਂ ਦਰਸ਼ਕੋ ਤੁਹਾਨੂੰ ਯਾਦ ਕਰਾਂਦਾ ਤਾਂ ਕਿ ਮੈਂ ਪਹਿਲੇ ਸੈਗਮੈਂਟ 'ਚ ਕਿਹਾ ਸੀਗਾ ਕਿ ਕਿੱਦਾਂ ਇਹ ਅਦਾਰਾ ਜ਼ਾਤ ਪਾਤ ਰਾਜਨੀਤੀ ਧਰਮ ਤੋਂ ਉੱਪਰ ਉੱਠ ਕੇ ਵੂਮਨ ਇੰਪਾਵਰਮੈਂਟ ਤੇ ਬੱਚਿਆਂ ਦੀ ਵਾਸਤੇ ਗੱਲ ਕਰ ਰਿਹਾ। ਕਿਵੇਂ ਇੱਕ ਭੈਣ ਸਾਡੇ ਆਉਂਦੀ ਆ, ਇਸ ਅਦਾਰੇ ਦੇ ਵਿੱਚ ਆਉਂਦੀ ਆ, ਕਿੱਦਾਂ ਉਹ ਪ੍ਰੋਗਰੈਸ ਕਰਦੀ ਹੈ ਤੇ ਅੱਜ ਉਹ ਕਿੱਥੇ ਆ, ਉਹਦੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਓ देखते हो वीडियो। मैं हिंदी फैमिली से बिलोंग करती होती थी। मैंने सिखी रास्ता अपना लिया। मैं अपने परिवार में यौन शोषण का शिकार होती रही हूँ। उनको नहीं पता उनके बच्चों के साथ घर में क्या हो रहा है। 5 साल की उम्र से इस चीज का शिकार होती रही हूँ। मैं आती थी गुरुद्वारा साहब तो सब मेरा विरोध करते थे। मेरे परिवार वाले भी कहते थे कि सिक्खी में नहीं जाना। मैंने अपने परिवार वालों का विरोध किया, सबका विरोध किया, सबके विरोध का सामना किया। सुबह उठ के मैंने गुरबाणी पढ़नी शुरू कर दी तो पापा कहते मेरे घर में गुरबाणी नहीं पढ़नी। मैंने 2016 में यहीं पे पुर साहब में वैसाखी वाले दिन अमृत पान किया है। तो मूल मंदिर के जाप कितना प्रभाव है कि सब में आपस में प्रेम हो गया, सब परिवार इकट्ठे हो गए। जहाँ लड़ाई झगड़े होते थे वहाँ प्रेम की बातें होनी शुरू हो गई। घर का माहौल मतलब एक बहुत बैकवर्ड इलाके वाला समझ लो कितने, क्योंकि उस घर में लड़ाई झगड़े हर वक्त होने। पढ़ाई करने के लिए बहुत डिस्टर्बेंस होती हमारे को थी, हम पढ़ाई लिखाई नहीं कर पाते थे। जब हम दुखी हुए तो एक ने किसी ने हमारे को सलाह दी, कहते गुरुद्वारा साहब जाओ तुम्हारे को जीवन की जांच मिलेगी। तो मेरे परिवार वाले सब उधर गए गुरुद्वारा गुरुदर्शन प्रकाश नारग में। तो वहीं पर हमारे को समझाया गया, कहते सब कुछ हमारे को समझाया, कहते एक परमात्मा का विश्वास रखो। मैं गुरुद्वारा साहब में गुरुद्वारा गुरु जी की सेवा करती हूँ। तो आज ये मेरी सिस्टर है, जो परिवार वाले मेरे को बुरा मानते थे, आज वो सब कहते हैं कि नहीं तू सही है, तू सही थी। एक दिन मेरे पापा जो मेरे विरोध करते थे ना, आज वो उसी दरबार साहब में आके माफी मांग के कहते बच्ची तू सही है। दर्शकों, तुसी आह जिहड़ी वीडियो देखी है, तुसी इत्थों हिसाब ला सकते हो कि अदारा की मल्ला मार रहे तो किद्दां किद्दां आपां समाज दे विच सुधार लिया सकते हैं। ओनली बच्चा नहीं, जिहड़ियां कोई धीआं भैणां किन्नी किसी भी चीज़ों वांझियों रह जांदियां। तां साडे नाल पैनल दे विच एक नवें मैंबर साडे नाल जुड़ गए हैं, जो कि भैण जी कमल कौर सीरा जी। स्वागत जी भैण जी, तुहाडा बहुत बहुत। वाहिगुरू जी का खालसा, वाहिगुरू जी का फतेह। वीर जी,
मैं डॉक्टर दविंदर सिंह ਨੂੰ ਮਿਲ ਕੇ ਬਹੁਤ खुशी हुई मिल के और उन्हों का जे सपना ਜਿਹੜਾ शुरू किया उन्होंने वेख के मैनू बहुत इमोशनली बहुत टच हुई हाँ। असी सेंट लुइस हैगे हाँ और असी जदों का बड़ू साहब का शुरू होया है असी उन्हों की बच्चों के दर्शन किए ने उन्होंने टैलेंट असी देखे ने और अज ये चैप्टर इन्नी दूर आ चुका है कि अज इन्होंने इन्ना वड्डा इंफ्रास्ट्रक्चर खड़ा कर दिता है और इस वेले जिद्दां कह रहे हैं कि पंजाब नूं इस वेले सब साड़ी सारिਆਂ ਦੀ बहुत जरूरत है। सारिਆਂ ने अपने अपने विचार किए ने। मैं अपने एक औरत के हिसाब नाल एक एक्स टीचर के हिसाब नाल एक माँ के हिसाब नाल अपना थोड़ा विचार पेश करना चाहनी हाँ। मैं टीचर रह चुकी हाँ सो आई अंडरस्टैंड मैनू समझ आता है कि विद्या और एजुकेशन का हर एक इंसान दे विच कितना जरूरी है कितना माहौल रखता है और एक माँ होने के नाते भी कि मैं चाहनी हाँ कि बच्चे जोड़े साढ़े एजुकेट होन। हर माँ चाहती है माँ प्यो तो चाहते हैं पर माँ का हमेशा कहते हैं माँ का हाथ होंदा है। अज भाई साहब ने जो शुरू किया है उन्होंने सिर्फ एजुकेशन ही नहीं नाल उन्हों दे नाल बच्चों को गुरबानी का एजुकेशन देना उन्होंने एक अच्छे इंसान बनाना एक उन्होंने पैशनेट बनाना जिद्दां कि वीर जी ने दसिया सी पिछली ओपनिंग्स ते कि एक बीज जदों हुंदा है अगर उन्होंने ठीक तरीके दे नाल उन्होंने वाटर एयर एंड सन जो मिले तो वो अच्छा पेड़ बन जाता है। इस तरीके नाल साडे बच्चे जिहड़े ने वो साडे बीज ने असी पैदा तो करते हैं हुण सानू सारिਆਂ नू मिल के उस बीज नू सही एयर सनलाइट एंड वाटर देना है ताकि वो एक अच्छे इंसान बन सकन। दविंदर जी ने भी दसिया सी हुणे क्या सी थोड़े पिछले सैगमेंट ते कि एजुकेशन तो है लेकिन उस दे नाल बच्चे उन्होंने इंसान बनना बहुत जरूरी है। टू बी पैशनेट टू हैव एम्पैथी फॉर अदर्स दैट इज़ मोर इंपॉर्टेंट वेयर यू कैन यूज योर एजुकेशन। पिछली बारी कल के सैगमेंट दे विच साडे पिंकी भैन जी ने कहा सी कि एजुकेशन इंपॉर्टेंट है लेकिन वो वैपन भी बन सकती है। बड़ू साहब उन्हों का जोड़ा प्रोग्राम है वो इन्ना कमाल का है कि उन्होंने सिर्फ बच्चों को एजुकेशन ही नहीं दी उहदे नाल उन्होंने किस तरह इस्तेमाल करना है नॉट एज अ वैपन बट एज अ पॉजिटिव वे। सो यू कैन कल साडे बच्चे IAS ऑफिसर बननगे मिनिस्टर बननगे डॉक्टर्स बननगे लॉयर्स बननगे दे विल हैव एम्पैथी विद द एजुकेशन एंड दैट विल गिव make our country, make our world, make a more peaceful way to live. जी बहुत बहुत शुक्रिया कमल भैन जी तुसी बड़े चंगे तरीके नाल सारियां समझाइयां। दर्शकों एक थोड़ी जी करैक्शन करदा जिहड़ी कि मेरी गलती सीगी मैं माफ़ी भी मंगदा। डॉक्टर संत बाबा दविंदर सिंह जी के जोड़े क्लास वाले डॉक्टर गुरप्रकाश सिंह जी है ना कि भाई साहब कोहली जी। अगेन करैक्शन है आपां नूं एक रुकना पै रहा क्विक ब्रेक लई उस तो बाद बाबा जी ते होर पैनलिस्ट ने आपां होर विचार साझे करांगे। रुकना पै रहा एक छोटी जी ब्रेक लई दे बने रहो जस पंजाबी दा। ਤੁਹਾਡੇ ਸਾਰਿਆਂ ਦੇ ਸਾਰੀ ਸੰਗਤ ਦਾ ਅਦਾਰਾ ਜਸ ਪੰਜਾਬੀ ਇਸ ਜਿਹੜਾ ਨਵੇਕਲਾ ਪ੍ਰੋਗਰਾਮ ਅਸੀਂ ਸੈਂਟ ਲੁਈਸ ਮਜ਼ੂਰੀ ਤੋਂ ਲੈ ਕੇ ਆਏ ਹਾਂ ਅਦਾਰਾ ਕਲਗੀਧਰ ਟਰਸਟ ਬੜੂ ਸਾਹਿਬ ਵਾਸਤੇ ਜਿਹੜਾ ਕਿ ਬਹੁਤ ਹੀ ਅੱਛਾ ਕੰਮ ਬੱਚਿਆਂ ਨੂੰ ਪੜ੍ਹਾਉਣ ਦਾ ਔਰ ਮੈਂ ਵੀ ਬਾਰ-ਬਾਰ ਇਹੀ ਜ਼ੋਰ ਦੇ ਰਿਹਾ ਕਿ ਆਪਾਂ $1 ਜਾਂ $1.5 ਜਾਂ ਫਿਰ $500 ਇੱਕ ਸਾਲ ਦੀ ਫੀਸ ਇੱਕ ਬੱਚਾ ਜੇ ਪੜ੍ਹ ਗਿਆ ਤਾਂ ਬਹੁਤ ਵਧੀਆ ਪੈੜਾ ਛੱਡ ਸਕਦਾ ਹੈ। ਪੈਨਲ ਦੇ ਵਿੱਚ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਜਿਹੜੇ ਕਿ ਸੇਵਾਦਾਰ ਨੇ ਬੜੂ ਸਾਹਿਬ ਟਰਸਟ ਦੇ ਉੱਥੇ ਕਾਫੀ ਵੱਧ ਚੜ੍ਹ ਕੇ ਸੇਵਾ ਕਰਦੇ ਆ ਉਹ ਪੈਨਲ ਦੇ ਵਿੱਚ ਆ ਗਏ ਆ। ਸਰਦਾਰ ਅਮਨਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡਾ। ਮੈਨੂੰ ਇਹ ਦੱਸੋ ਕਿ ਜਿਹੜਾ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਆਪਾਂ ਅੱਗੇ ਵਧ ਰਿਹਾ ਹੈ ਜਿਹੜਾ ਅਦਾਰਾ ਜਿਹੜਾ ਪਿਛਲੇ 1 ਜਾਂ 2 ਸਾਲਾਂ ਦੇ ਵਿੱਚ ਕਿੰਨੀ ਕੁ ਪ੍ਰੋਗਰੈਸ ਹੋਈ ਹੈ ਤਾਂ ਹੁਣ ਆਉਣ ਵਾਲੇ ਟਾਈਮ ਵਿੱਚ ਕੀ ਦੇਖ ਰਹੇ ਹੋ ਕਿੰਨੇ ਕੁ ਬੱਚੇ ਹੋਰ ਜੁੜ ਸਕਦੇ ਆ ਤੇ ਅੱਗੇ ਅੱਗੇ ਕੀ ਪ੍ਰੋਗਰਾਮਸ ਆ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਬੱਚਿਆਂ ਦਾ ਸ਼ੁਰੂ ਤੋਂ ਹੀ ਬੜੂ ਸਾਹਿਬ ਦੇ ਅੰਦਰ ਜਿਵੇਂ ਹੁਣੇ ਬਾਬਾ ਜੀ ਨੇ ਦੱਸਿਆ ਵੀ ਕਰੀਬ 70,000 ਬੱਚੇ ਬੱਚੀਆਂ ਇਸ ਵੇਲੇ ਸਿੱਖਿਆ ਲੈ ਰਹੇ ਨੇ। ਹੁਣ ਪਿਛਲੇ ਸਾਲਾਂ ਦੇ ਅੰਦਰ ਜਿਹੜੀ ਯੂਨੀਵਰਸਿਟੀ ਨਵੀਂ ਬਣੀ ਹੈ ਆਪਣਾ ਅਕਾਲ ਯੂਨੀਵਰਸਿਟੀ ਬਠਿੰਡਾ ਤਲਵੰਡੀ ਸਾਬੋ ਉਹਦੇ ਅੰਦਰੋਂ ਵੀ ਬੱਚੇ ਹੁਣ ਬਹੁਤ ਮੱਲਾ ਮਾਰ ਕੇ ਉਹਨਾਂ ਦੇ ਪਹਿਲੇ ਬੈਚਸ ਬਾਹਰ ਆਉਣੇ ਸ਼ੁਰੂ ਹੋ ਗਏ ਨੇ ਤੇ ਜਿਵੇਂ ਹੁਣੇ ਵੀਡੀਓ ਵੀ ਜਿਹੜਾ ਅਸੀਂ ਹੋਰ ਵੀ ਦਿਖਾਣੇ ਨੇ ਉਹਨਾਂ 'ਚ ਵੀ ਉਹ ਬੱਚਿਆਂ ਦਾ ਜ਼ਿਕਰ ਹੈਗਾ ਹੈ ਜਿਹੜੇ ਬੱਚਿਆਂ ਦੇ ਹੁਣ ਰਿਜ਼ਲਟਸ ਆਏ ਨੇ ਤਾਂ ਭਾਵੇਂ ਪੰਜਾਬ ਹੋਏ ਭਾਵੇਂ ਹਿਮਾਚਲ ਹੋਏ
ਟੌਪ 3 ਰੈਂਕਸ ਸਟੇਟ ਦੇ ਉਹ ਸਕੂਲਾਂ ਵਿੱਚੋਂ ਆਏ ਨੇ ਤੇ ਬਹੁਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ 98% ਐਂਡ ਅਬਵ ਮਾਰਕਸ ਆਣੇ। ਜ਼ਿਆਦਾਤਰ ਪੰਜਾਬ ਦੇ ਡਿਸਟ੍ਰਿਕਟਸ ਜਿਹੜੇ ਡਿਸਟ੍ਰਿਕਟ ਟੌਪਰ ਨੇ ਉਹ ਸਾਰੇ ਆਪਣੇ ਅਕਾਲ ਅਕੈਡਮੀ ਦੇ ਸਕੂਲਸ ਤੋਂ ਆਏ ਨੇ। ਜੇ ਅਸੀਂ ਇਹਨਾਂ ਦੀ ਅੱਗੇ ਦਾ ਪ੍ਰੋਗਰੈਸ ਦੇਖੀਏ ਕਿ ਵੀ ਸਕੂਲ ਦੇ ਅੰਦਰ ਜਿਹੜੀ ਫਾਊਂਡੇਸ਼ਨ ਬਣੀ ਉਹ ਅੱਗੇ ਜਾ ਕੇ ਕਿਵੇਂ ਪ੍ਰਫੁੱਲਤ ਹੋਈ, ਤਾਂ ਬੜੀ ਵਾਰ ਇਹ ਇੱਕ ਪੁੱਛਿਆ ਜਾਂਦਾ ਸੀ ਸਵਾਲ ਕਿ ਵੀ IAS ਅਫਸਰ ਕਿੰਨੇ ਬਣੇ ਨੇ, IAS ਅਫਸਰ ਕਦੋਂ ਬਣਨਗੇ। ਤੇ ਹੁਣ ਇਸ ਸਾਲ ਫੇਰ ਪਹਿਲੇ ਵੀ ਬਣੇ ਨੇ, ਇਸ ਸਾਲ 33rd ਰੈਂਕ ਬੱਚੇ ਦਾ ਆਲ ਇੰਡੀਆ IAS ਸਰਵਿਸਿਜ਼ ਸਿਵਲ ਸਰਵਿਸ ਐਗਜ਼ਾਮਸ ਦੇ ਅੰਦਰ ਆਇਆ ਹੈਗਾ। ਹੁਣ ਉਸ ਲੈਵਲ ਤੇ ਵੀ ਬੱਚਿਆਂ ਦਾ ਪਹੁੰਚ ਜਾਣਾ, ਪਿੱਛੇ ਆਲ ਇੰਡੀਆ ਮੈਡੀਕਲ ਜਿਹੜਾ ਨੀਟ ਦਾ ਐਗਜ਼ਾਮ ਹੁੰਦਾ ਲਗਭਗ 30-40 ਲੱਖ ਬੱਚੇ ਉਹਦੇ ਅੰਦਰ ਅਪੀਅਰ ਹੁੰਦੇ ਨੇ ਤੇ ਉਹਦੇ ਅੰਦਰ ਵੀ ਪਹਿਲਾ ਸਥਾਨ ਮੁਕਤਸਰ ਅਕੈਡਮੀ ਦੇ ਬੱਚੇ ਨੇ ਪ੍ਰਾਪਤ ਕੀਤਾ ਹੈਗਾ ਜੀ। ਮਤਲਬ ਭਾਵੇਂ ਇੰਜੀਨੀਅਰਿੰਗ ਹੋਏ, ਭਾਵੇਂ ਮੈਡੀਸਨ ਹੋਏ, ਭਾਵੇਂ ਅਕਾਊਂਟੈਂਸੀ ਹੋਏ, ਬੱਚੇ ਟੌਪ ਰੈਂਕਸ ਉਹਦੇ ਅੰਦਰ ਲੈ ਕੇ ਆ ਰਹੇ ਨੇ। ਤੇ ਮਤਲਬ ਹੁਣ ਇਹ ਚੀਜ਼ ਕੋਈ ਕਿਸੇ ਵੀ ਪ੍ਰੂਫ ਦੀ ਜਾਂ ਕਿਸੇ ਕੋਈ ਪੱਕੇ ਪ੍ਰਮਾਣ ਦੀ ਕੋਈ ਲੋੜ ਨਹੀਂ ਰਹਿ ਗਈ। ਹੁਣ ਰਿਜ਼ਲਟਸ ਆਰ ਰਾਈਟ ਆਊਟ ਦੇਅਰ ਫॉर एवरीवन ਟੂ ਸੀ। ਮਤਲਬ ਹੁਣ ਇਹ ਗੱਲ ਜਿਹੜੀ ਬਾਬਾ ਜੀ ਦਾ ਆਸ਼ਾ ਸੀ, ਸੰਤ ਬਾਬਾ ਇਕਬਾਲ ਸਿੰਘ ਜੀ ਹਮੇਸ਼ਾ ਜਦੋਂ ਇੱਥੇ ਸੰਗਤ ਕੋਲ ਆਉਂਦੇ ਰਹੇ, ਪਿਛਲੇ 25-30 ਸਾਲਾਂ ਤੋਂ ਆਉਂਦੇ ਰਹੇ, ਜਿਹੜੀ ਵੀ ਡਿਵੈਲਪਮੈਂਟ ਬੜੂ ਸਾਹਿਬ ਦੀ ਹੋਈ ਉਹਦੇ ਅੰਦਰ ਬਾਬਾ ਜੀ ਨੇ ਜੋ ਵੀ ਇੱਥੇ ਸੰਗਤ ਨੂੰ ਬੇਨਤੀ ਕੀਤੀ, ਸੰਗਤ ਨੇ ਮੋਢੇ ਨਾਲ ਮੋਢਾ ਮਿਲਾ ਕੇ ਜਿਵੇਂ ਵੀ ਭਾਵੇਂ ਆਪਣੇ ਖਰਚੇ ਘਟਾ ਕੇ ਬਾਬਾ ਜੀ ਦੇ ਨਾਲ ਮੋਢਾ ਲਾਇਆ, ਉਵੇਂ ਹੀ ਹੁਣ ਅਸੀਂ ਆਸ ਕਰਦੇ ਹਾਂ ਵੀ ਬਾਬਾ ਦਵਿੰਦਰ ਸਿੰਘ ਜੀ ਦੇ ਨਾਲ ਵੀ ਉਸੇ ਤਰ੍ਹਾਂ ਸੰਗਤ ਹੁਮ ਆ ਕੇ ਚੱਲੇਗੀ। ਤੇ ਜੋ ਬਾਬਾ ਜੀ ਦਾ ਆਸ਼ਾ ਸੀ ਕਿ ਬੱਚਿਆਂ ਦੇ ਅੰਦਰ ਬਹੁਤ ਉੱਚ ਕੋਟੀ ਦੀ ਅਧਿਆਤਮਕ ਵਿਦਿਆ ਤੇ ਬਹੁਤ ਉੱਚ ਕੋਟੀ ਦੀ ਦੁਨਿਆਵੀ ਵਿਦਿਆ ਦਿੱਤੀ ਜਾਏ, ਉਹ ਹੁਣ ਇੱਕ ਬਿਲਕੁਲ ਕਲੀਅਰ ਦਿਖਣਾ ਸ਼ੁਰੂ ਹੋ ਗਿਆ ਕਿ ਬੱਚਿਆਂ ਦੀ ਜਿਵੇਂ ਪਿੰਡਾਂ 'ਚ ਉਹਨਾਂ ਦੇ ਘਰਾਂ 'ਚ ਆਚਰਣ ਪੂਰੇ ਬਦਲ ਰਹੇ ਨੇ, ਨਸ਼ੇ ਛੱਡ ਰਹੇ ਨੇ, ਪਤਿਤਪੁਣਾ ਜਾ ਰਿਹਾ ਹੈ, ਪੱਗਾਂ ਵਾਪਸ ਘਰ 3-3 ਪੀੜ੍ਹੀਆਂ ਬਾਅਦ ਆ ਰਹੀਆਂ ਨੇ, ਉੱਥੇ ਹੀ IAS ਅਫਸਰਸ ਨੇ, ਡਾਕਟਰਸ ਨੇ, ਇੰਜੀਨੀਅਰਸ ਨੇ, ਪਹਿਲੇ ਸਿਰਫ ਬਣ ਰਹੇ ਸੀ, ਹੁਣ ਉਹ ਪੋਜੀਸ਼ਨਸ ਵੀ ਬਹੁਤ ਚੰਗੀਆਂ ਆ ਰਹੀਆਂ। ਟੌਪ 30 ਟੌਪ 20 ਪੋਜੀਸ਼ਨਸ 'ਚ ਆਉਣਾ ਐਡੇ ਵੱਡੇ ਮੁਲਕ ਦੇ ਅੰਦਰ ਕੋਈ ਛੋਟੀ ਗੱਲ ਨਹੀਂ ਹੈ। ਤਾਂ ਇਸ ਸਭ ਦੇ ਅੰਦਰ ਸਾਡੀ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਜਿਵੇਂ ਸੰਗਤ ਨੇ ਹੁਣ ਤੱਕ ਸਾਡੀ ਸਾਰੀ ਮੰਗਾਂ ਨੂੰ ਆਪਣਾ ਸਮਝ ਕੇ ਆਪਣੇ ਮੋਢੇ ਨਾਲ ਮੋਢਾ ਲਾ ਕੇ ਅੱਗੇ ਹੁੰਗਾਰਾ ਦਿੱਤਾ ਹੈ, ਉਸੇ ਤਰ੍ਹਾਂ ਅੱਗੇ ਵੀ ਹਾਲੇ ਕੰਮ ਬਹੁਤ ਪਿਆ ਕਰਨ ਵਾਲਾ, ਹਾਲੇ ਬਹੁਤ ਜ਼ਿਆਦਾ ਚੀਜ਼ਾਂ ਹੋਰ ਬਣਨੀਆਂ ਨੇ। ਹਾਲੇ ਸਿਰਫ ਅਸੀਂ ਕਰੀਬ 9000 ਪਿੰਡਾਂ 'ਚ ਪਹੁੰਚ ਰਹੇ ਹਾਂ ਪੰਜਾਬ ਦੇ, ਹਾਲੇ ਵੀ ਲਗਭਗ 1/3 ਪਿੰਡਾਂ ਦੇ ਅੰਦਰ ਪਹੁੰਚ ਨਹੀਂ ਹੋ ਪਾਈ। ਤੇ ਇਹ ਸਾਰੀ ਚੀਜ਼ਾਂ ਦੇ ਅੰਦਰ ਅਸੀਂ ਹੱਥ ਬੰਨ੍ਹ ਕੇ ਆਪ ਜੀ ਦੀ ਸਹਿਯੋਗ ਮੰਗਦੇ ਹਾਂ ਤੇ ਅੱਗੇ ਆਸ ਕਰਦੇ ਹਾਂ ਕਿ ਜਿਵੇਂ ਬਾਬਾ ਇਕਬਾਲ ਸਿੰਘ ਜੀ ਮਹਾਰਾਜ ਨੂੰ ਆਪ ਜੀ ਨੇ ਸਾਰਿਆਂ ਨੇ ਆਪਣਾ ਸਮਝਿਆ, ਉਵੇਂ ਹੀ ਅਸੀਂ ਹੁਣ ਅੱਗੇ ਵੀ ਲੈ ਕੇ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਬਹੁਤ ਬਹੁਤ ਸ਼ੁਕਰੀਆ ਸਰਦਾਰ ਅਮਨਦੀਪ ਸਿੰਘ ਜੀ। ਬਾਬਾ ਜੀ, ਆਮ ਸੰਗਤ ਦੇ ਵਿੱਚ ਨਾ ਇੱਕ ਕੁਐਸਚਨ ਖੜਾ ਹੋ ਜਾਂਦਾ ਹੈ, ਅਸੀਂ ਤੁਹਾਡੇ ਕੋਲੋਂ ਅਸ਼ੋਰਟੀ ਜਾਂ ਤੁਹਾਡੇ ਮੁੱਖ ਵਾਕ ਤੋਂ ਇਹ ਸਾਰਾ ਸੁਣਨਾ ਚਾਹਾਂਗੇ। ਤੁਸੀਂ TV ਤੇ ਵੀ ਜਿਹੜੇ ਘਰਾਂ 'ਚ ਬੈਠੀ ਸਾਡੀ ਸੰਗਤ, ਸਾਡੇ ਆਡੀਅנס ਦੇਖ ਰਹੇ ਹੈ ਕਿ ਕਦੇ ਵੀ ਕੋਈ ਵੀ, ਹਰ ਮਾਂ-ਬਾਪ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ, ਜਦੋਂ ਵੀ ਕੋਈ ਆਪਦੇ ਬੱਚੇ ਨੂੰ ਕਿਤੇ ਵੱਡੇ ਸਕੂਲ ਜਾਂ ਕਿਸੇ ਵੱਡੇ ਹੋਸਟਲ ਛੱਡ ਕੇ ਆਉਂਦਾ, ਉਹ ਇਸ ਚੀਜ਼ ਦੀ ਗਰੰਟੀ ਜ਼ਰੂਰ ਮੰਗਦਾ ਕਿ ਸਿਕਿਉਰਿਟੀ। ਪਿਛਲੇ ਸਾਲ ਅਸੀਂ ਜਦੋਂ ਸਮਾਗਮ ਕੀਤੇ ਸੀ ਇਸ ਅਦਾਰੇ ਬਾਰੇ, ਉਦੋਂ ਵੀ ਚਾਨਣਾ ਪਾਇਆ ਗਿਆ ਸੀਗਾ ਕਿ ਸਿਕਿਉਰਿਟੀ ਪੱਖੋਂ ਕੋਈ ਕਮੀ ਨਹੀਂ, ਖਾਸ ਕਰਕੇ ਜੇ ਆਪਾਂ ਬੱਚਿਆਂ ਦੀ ਫਿਕਰ ਕਰਦੇ ਹਾਂ ਜਾਂ ਛੋਟੇ ਬੱਚਿਆਂ ਦੀ ਵੀ ਕਰਦੇ ਹਾਂ, ਉੱਤੇ ਥੋੜ੍ਹਾ ਜਿਹਾ ਤੁਸੀਂ ਚਾਨਣ ਪਾਇਓ ਕਿ ਕਿੱਦਾਂ ਤੁਹਾਡੀ ਸਿਕਿਉਰਿਟੀ ਕੰਮ ਕਰ ਰਹੀ, ਕਿ ਮਾਂ-ਬਾਪ ਆਰਾਮ ਨਾਲ ਬਹਿ ਕੇ ਬੇਫਿਕਰ ਹੋ ਕੇ ਛੱਡ ਕੇ ਜਾਣ ਬੱਚੇ ਨੂੰ। ਜੀ, ਇਹ ਤੁਸੀਂ ਠੀਕ ਕਿਹਾ ਜੀ। ਕੋਈ ਵੀ ਪੇਰੈਂਟ ਜਦ ਬੱਚਾ ਹੋਸਟਲ 'ਚ ਪਾਉਂਦਾ ਹੈ, ਇੱਕ ਜੋ ਚੀਜ਼ ਉਹ ਬੇਸਿਕ ਹਮੇਸ਼ਾ ਹੀ ਮੰਗਦਾ ਹੈ ਕਿ ਬੱਚਾ ਉਸਦਾ ਸਿਕਿਉਰ ਰਹੇਗਾ, ਔਰ ਜੇ ਉਸਦੇ ਕੋਈ ਹੈਲਥ ਇਸ਼ੂਜ਼ ਖੜੇ ਹੁੰਦੇ ਹੈ ਤੇ ਉਹ ਇਫੈਕਟਿਵਲੀ ਹੈਂਡਲ ਹੋਣਗੇ। ਸੋ ਅਕਾਲ ਅਕੈਡਮੀ ਬੜੂ ਸਾਹਿਬ ਦਾ ਜੋ ਕੈਂਪਸ ਹੈ ਉਹ ਬਹੁਤ ਹੀ ਸਿਕਿਉਰ ਕੈਂਪਸ ਹੈ। ਜਿਹੜੇ ਮੇਰੇ ਵੀਰਾਂ ਭੈਣਾਂ ਨੇ ਉੱਥੇ ਜਾ ਕੇ ਦਰਸ਼ਨ ਕੀਤੇ ਹਨ, ਉਹ ਇਸ ਦੇ ਜਾਣੂ ਹਨ ਕਿ ਕਿਸ ਤਰ੍ਹਾਂ ਉੱਥੇ ਬੱਚਿਆਂ ਦੀ ਸਿਕਿਉਰਿਟੀ ਦਾ ਸਾਰਾ ਇੰਤਜ਼ਾਮ ਕੀਤਾ ਗਿਆ ਹੈ। ਹੁਣ ਤੱਕ ਅਜੇ ਕੋਈ ਵੀ ਐਸਾ ਹਾਦਸਾ ਨਹੀਂ ਹੋਇਆ ਪਿਛਲੇ 30 ਸਾਲਾਂ ਵਿੱਚ ਜਿੱਥੇ ਕੋਈ ਅਨਹੋਣੀ ਘਟਨਾ ਹੋਈ ਹੋਏ। ਵਿਸ਼ੇਸ਼ ਤੌਰ 'ਤੇ ਇਹ ਕੈਂਪਸ ਵਿਮਨ ਕੈਂਪਸ ਹੈ। ਸਾਡੇ ਕੋਲ ਸਿਵਾਏ ਨਰਸਰੀ ਟੂ 12th ਦੇ ਬॉयਜ਼ ਦੇ ਇਲਾਵਾ ਬਾਕੀ ਸਾਰੀ ਜੋ ਵਿੱਦਿਆ ਉੱਥੇ ਦਿੱਤੀ ਜਾ ਰਹੀ ਹੈ,
3 ਪ੍ਰੋਗਰਾਮ ਚੱਲ ਰਹੇ ਹਨ ਉੱਥੇ। ਇੱਕ ਤੇ ਸਕੂਲ ਹੈ, ਸਕੂਲ ਵਿੱਚ ਵੀ 3 ਪ੍ਰੋਗਰਾਮ ਹਨ। ਇੱਕ CBSE ਦਾ ਨਰਸਰੀ ਤੋਂ 12ਵੀਂ ਤੱਕ ਦਾ ਸਕੂਲ, ਦੂਸਰਾ ਇੰਟਰਨੈਸ਼ਨਲ ਬੋਕਲਰੇਟ ਦਾ ਪ੍ਰੋਗਰਾਮ ਵੀ ਉੱਥੇ ਚੱਲ ਰਿਹਾ IB ਦਾ, ਤੀਸਰਾ ਜੋ ਬ੍ਰਿਟੇਨ ਦਾ ਕੈਂਬਰਿਜ ਯੂਨੀਵਰਸਿਟੀ ਦਾ ਹੈ IGCSE, ਉਹ ਪ੍ਰੋਗਰਾਮ ਵੀ ਚੱਲ ਰਿਹਾ ਹੈ। ਸੋ ਇੱਕੋ ਹੀ ਕੈਂਪਸ ਵਿੱਚ 2 ਵੱਖਰੀ ਬਿਲਡਿੰਗਸ ਬਣੀਆਂ ਹੋਈਆਂ ਹੈ, ਜਿੱਥੇ ਕਿ ਇੰਟਰਨੈਸ਼ਨਲ ਕਰਿਕੂਲਮ ਵੀ ਚੱਲ ਰਹੇ ਹਨ ਤੇ CBSE ਦਾ ਵੀ ਚੱਲ ਰਿਹਾ ਹੈ। ਇੱਕ ਇਹ ਪ੍ਰੋਗਰਾਮ ਹੈ, ਇਸ ਵਿੱਚ ਤਕਰੀਬਨ 1200 ਬੱਚਾ ਪੜ੍ਹ ਰਿਹਾ ਸਕੂਲ ਵਿੱਚ, ਜਿਸ ਚੋਂ ਅਬਾਊਟ 60% ਬੱਚੇ ਲੜਕੇ ਹਨ ਤੇ 40% ਲੜਕੀਆਂ ਹਨ। ਇਸ ਤੋਂ ਇਲਾਵਾ ਜੋ ਹਾਇਰ ਐਜੂਕੇਸ਼ਨ ਦਾ ਪ੍ਰੋਗਰਾਮ ਹੈ ਉਹ 2 ਹਿੱਸਿਆਂ ਵਿੱਚ ਹੈ। ਇੱਕ ਰੂਰਲ ਵਿਮਨ ਐਮਪਾਵਰਮੈਂਟ ਪ੍ਰੋਗਰਾਮ, 10ਵੀਂ ਤੇ 12ਵੀਂ ਪਾਸ ਕਰਕੇ ਬੱਚੀਆਂ ਉੱਥੇ ਪਿੰਡਾਂ 'ਚੋਂ ਆ ਜਾਂਦੀਆਂ ਹਨ, ਜਿਨ੍ਹਾਂ ਨੂੰ ਅਸੀਂ 6 ਸਾਲ ਕੁਆਲਿਟੀ ਹਾਇਰ ਐਜੂਕੇਸ਼ਨ ਦਿੰਦੇ ਹਾਂ ਉੱਥੇ ਦੀ ਯੂਨੀਵਰਸਿਟੀ ਵਿੱਚ ਹੀ, ਐਮਪਾਵਰ ਕਰਕੇ, ਗੁਰਮਤ ਨਾਲ ਜੋੜ ਕੇ, ਸਿੱਖ ਵੇ ਆਫ ਲਾਈਫ ਉਸ ਨੂੰ ਪ੍ਰਦਾਨ ਕਰਕੇ, ਉਸ ਤੋਂ ਬਾਅਦ ਉਹ ਸਾਡੇ ਅਕੈਡਮੀਆਂ ਵਿੱਚ ਜਾ ਕੇ ਵਾਪਸ ਪਿੰਡਾਂ ਜਿੱਥੋਂ ਆਈਆਂ ਹਨ ਐਮਪਾਵਰ ਹੋ ਕੇ ਐਂਡ ਟੂ ਐਂਡ ਐਮਪਾਵਰਮੈਂਟ ਵਾਪਸ ਜਾ ਕੇ ਸਕੂਲਾਂ ਵਿੱਚ ਟੀਚਰ ਲੱਗ ਰਹੀਆਂ ਹਨ। ਇਹ ਇੱਕ ਬੜਾ ਯੂਨੀਕ ਪ੍ਰੋਗਰਾਮ ਹੈ ਜਿਹੜਾ ਕਿ ਸ਼ਾਇਦ ਦੁਨੀਆ ਵਿੱਚ ਕਿਧਰੇ ਵੀ ਇਸ ਤਰ੍ਹਾਂ ਦਾ ਵਿਮਨ ਐਮਪਾਵਰਮੈਂਟ ਪ੍ਰੋਗਰਾਮ ਨਹੀਂ ਹੋ ਰਿਹਾ, ਜਿੱਥੇ ਕਿ ਬੱਚਿਆਂ ਨੂੰ ਨਾ ਹੀ ਪੜ੍ਹਾਇਆ ਜਾ ਰਿਹਾ ਹੈ, ਕੁਆਲਿਟੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਤੇ ਉਸ ਤੋਂ ਇਲਾਵਾ 100% ਐਮਪਲੋਇਮੈਂਟ ਐਨਸ਼ੋਰ ਕੀਤੀ ਜਾ ਰਹੀ ਹੈ। ਤੀਸਰਾ ਜੋ ਉੱਥੇ ਪ੍ਰੋਗਰਾਮ, ਇਹ ਵੀ ਪ੍ਰੋਗਰਾਮ ਪਿਓਰਲੀ ਵਿਮਨ ਓਰੀਐਂਟਡ ਪ੍ਰੋਗਰਾਮ ਹੈ। ਤੀਸਰਾ ਜੋ ਪ੍ਰੋਗਰਾਮ ਹੈ ਉਹ ਹੈ ਹਾਇਰ ਐਜੂਕੇਸ਼ਨ ਇੰਟਰਨਲ ਯੂਨੀਵਰਸਿਟੀ ਦਾ, ਜੋ ਕਿ ਪਿਓਰ ਵਿਮਨ ਯੂਨੀਵਰਸਿਟੀ ਹੈ। ਬਹੁਤ ਹੀ ਘੱਟ ਯੂਨੀਵਰਸਿਟੀਆਂ ਹੁਣ ਦੁਨੀਆ ਵਿੱਚ ਰਹਿ ਗਈਆਂ ਹਨ ਜਿਹੜੀਆਂ ਪਿਓਰ ਵਿਮਨ ਯੂਨੀਵਰਸਿਟੀ। ਹਿਮਾਚਲ ਦੀ ਇਕੱਲੀ ਯੂਨੀਵਰਸਿਟੀ ਹੈ। ਪੂਰੇ ਨਾਰਥ ਇੰਡੀਆ ਵਿੱਚ ਕੇਵਲ 2 ਯੂਨੀਵਰਸਿਟੀਆਂ ਹਨ ਜਿਹੜੀ ਪਿਓਰ ਵਿਮਨ ਯੂਨੀਵਰਸਿਟੀਆਂ ਹਨ। ਤੁਸੀਂ ਸਿਕਿਉਰਿਟੀ ਦੀ ਗੱਲ ਕੀਤੀ ਤਾਂ ਦਾਸ ਐਲੈਬੋਰੇਟ ਕਰ ਰਿਹਾ ਹੈ। ਇਸ ਦੇ ਇਲਾਵਾ ਜੋ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਹੈ ਉਹ ਕੋ ਐਜੂਕੇਸ਼ਨਲ ਯੂਨੀਵਰਸਿਟੀ ਹੈ, ਜਿੱਥੇ ਕਿ ਲੜਕੇ ਲੜਕੀਆਂ ਦੋਨੋਂ ਪੜ੍ਹ ਰਹੇ ਹਨ। ਪਰ ਗੱਲ ਬੜੀ ਹੈਰਾਨਗੀ ਦੀ ਇਹ ਹੈ ਕਿ ਪੂਰੇ ਪੰਜਾਬ ਵਿੱਚ ਅਸੀਂ ਦੇਖੀਏ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਨੂੰ ਤੇ 80% ਇਨ ਇੰਸਟੀਟਿਊਸ਼ਨਸ ਦੀ ਐਨਰੋਲਮੈਂਟ ਲੜਕੀਆਂ ਦੀ ਹੈ, ਲੜਕਿਆਂ ਦੀ ਨਹੀਂ ਹੈ। ਰੀਜ਼ਨ ਇਸ ਦਾ ਇਹ ਹੈ ਕਿ ਬੱਚਿਆਂ ਨੂੰ ਅਸੀਂ ਕੁਆਲਿਟੀ ਐਜੂਕੇਸ਼ਨ ਪਿੰਡਾਂ ਵਿੱਚ ਨਹੀਂ ਦੇ ਪਾ ਰਹੇ। ਹੋਰ ਉਹ 8ਵੀਂ ਤੋਂ ਬਾਅਦ ਸਕੂਲ ਡ੍ਰੌਪ ਆਊਟ ਹੋ ਕੇ ਨਸ਼ਿਆਂ 'ਚ ਗ੍ਰਸਤ ਹੋ ਰਹੇ ਹਨ। ਲੜਕੀਆਂ 'ਤੇ ਕਿਉਂਕਿ ਥੋੜ੍ਹਾ ਜਿਹਾ ਪੇਰੈਂਟਸ ਦਾ ਕੰਟਰੋਲ ਹੈ, ਉਹ 12ਵੀਂ ਕਰ ਜਾਂਦੀਆਂ ਹਨ ਤੇ ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਵਾਸਤੇ ਵੀ ਹੁਣ ਜਾਣ ਲੱਗ ਪਈਆਂ ਹਨ। ਪਰ ਬੜੀ ਸੀਰੀਅਸ ਪ੍ਰੋਬਲਮ ਸਾਡੇ ਯੰਗ ਮੁੰਡਿਆਂ ਦੀ ਹੈ ਜਿਹੜੇ ਕਿ ਸਕੂਲ ਡ੍ਰੌਪ ਆਊਟਸ ਹੋ ਰਹੇ ਹਨ ਔਰ ਉਸ ਤੋਂ ਬਾਅਦ ਨਸ਼ੇ 'ਚ ਇਹ ਸੀਕੁਐਂਸ ਹੈ। 8ਵੀਂ ਤੱਕ ਪੜ੍ਹਾਈ ਠੀਕ ਨਹੀਂ ਮਿਲੀ, 8ਵੀਂ ਤੋਂ ਬਾਅਦ ਬੱਚਾ ਸਕੂਲ ਡ੍ਰੌਪ ਆਊਟ ਹੋ ਗਿਆ, 9ਵੀਂ 10ਵੀਂ ਨਸ਼ੇ 'ਚ ਲੱਗ ਗਿਆ ਐਂਡ ਦੈਨ ਹਿਜ਼ ਲਾਈਫ ਇਜ਼ ਰੂਇਨਡ। ਸੋ ਇਸ ਦਾ ਹੱਲ ਕੀ ਹੈ? ਹੱਲ ਬਾਬਾ ਇਕਬਾਲ ਸਿੰਘ ਨੇ ਸਾਨੂੰ ਦੇ ਦਿੱਤਾ ਹੈ। ਸਕੂਲ ਬਣਾ ਦਿੱਤੇ ਹਨ, ਖੜੇ ਕਰ ਦਿੱਤੇ ਹਨ। 129 ਸਕੂਲ ਖੜੇ ਹੋ ਗਏ ਹਨ, ਉਹਨਾਂ ਚੋਂ ਅੱਧੇ ਸਕੂਲ ਐਫੀਲੀਏਟ ਹੋ ਚੁੱਕੇ ਹਨ। ਦਰਸ਼ਕੋ, ਉਸ ਤੋਂ ਬਾਅਦ ਆਪਣੇ ਇੱਕ ਨਵੇਂ ਪੈਨਲਿਸਟ ਜਿਹੜੇ ਕਿ ਇੱਥੋਂ ਦੇ US ਦੇ ਬੜੇ ਵੱਡੇ ਸੇਵਾਦਾਰ ਨੇ ਇਸ ਅਦਾਰੇ ਵਾਸਤੇ, ਉਹ ਜੁੜਨਗੇ। ਪਰ ਰੁਕਣਾ ਪੈ ਰਿਹਾ ਕੁਇਕ ਬ੍ਰੇਕ ਲਈ। ਦਰਸ਼ਕੋ ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਜਸ TV ਦੇ ਜੁੜੇ ਹੋਏ ਸਾਰੇ ਆਡੀਅנס ਦਾ, ਸਾਰੇ ਦਰਸ਼ਕਾਂ ਦਾ ਨਿਵੇਕਲਾ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਏ ਆ, ਜਿਹੜਾ ਕਿ ਅਦਾਰਾ ਕਲਗੀਧਰ ਟਰਸਟ ਬੜੂ ਸਾਹਿਬ ਵਾਸਤੇ ਬਹੁਤ ਸੋਹਣਾ ਪ੍ਰੋਗਰਾਮ ਅਸੀਂ ਸੈਂਟ ਲੂਇਸ ਮਜ਼ੂਰੀ ਤੋਂ ਦੇ ਰਹੇ ਹਾਂ। ਸੈਂਟ ਲੂਇਸ ਮਜ਼ੂਰੀ ਗੁਰਦੁਆਰਾ ਸਾਹਿਬ ਦੇ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਸੁਖਚੈਨ ਸਿੰਘ ਜੀ ਸਾਡੇ ਨਾਲ ਪੈਨਲ ਦੇ ਵਿੱਚ ਮੌਜੂਦ ਨੇ। ਉਹਨਾਂ ਦਾ ਸਵਾਗਤ। ਸੁਖਚੈਨ ਸਿੰਘ ਜੀ, ਪਹਿਲਾਂ ਇਹ ਦੱਸੋ ਕਿ ਤੁਸੀਂ ਵਧਾਈ ਦੇ ਪਾਤਰ ਹੋ ਕਿ ਅੱਜ ਨਿਵੇਕਲੇ ਕੰਮ ਲਈ ਤੁਸੀਂ ਆਪਦੇ ਗੁਰੂ ਘਰ ਵਿੱਚ ਸੰਗਤ ਜਿਹੜੀ ਇਕੱਠੀ ਹੋਈ ਔਰ ਤੁਸੀਂ ਸਾਰਾ ਇੰਤਜ਼ਾਮ ਕੀਤਾ, ਤੇ ਇਸ ਅਦਾਰੇ ਬਾਰੇ ਹੋਰ ਇਹ ਕੰਮਾਂ ਬਾਰੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪਾਂ ਡਾਕਟਰ ਦਵਿੰਦਰ ਸਿੰਘ ਜੀ ਦਾ, ਬੜੂ ਸਾਹਿਬ ਵਾਲਿਆਂ ਦਾ ਗੁਰੂ ਘਰ ਜਾਣ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਨੇ ਚੜ੍ਹਦੀ ਕਲਾ ਬਖਸ਼ੇ। ਇਸੇ ਤਰ੍ਹਾਂ ਹੀ ਕੌਮ ਦੀ, ਕਮਿਊਨਿਟੀ ਦੀ, ਐਜੂਕੇਸ਼ਨ ਬੱਚਿਆਂ ਦੀ ਤਰੱਕੀ ਕਰਦੇ ਰਹਿਣ, ਹਿੰਮਤ ਦਿੰਦੇ ਰਹਿਣ, ਹੌਸਲਾ ਕਰਦੇ ਰਹਿਣ, ਅਤੇ ਅਸੀਂ ਵੀ ਉਹਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਕਰ ਸਕਦੇ। ਅਤੇ ਬਾਕੀ ਸੈਂਟ ਲੂਇਸ ਕਮਿਊਨਿਟੀ ਜਿਹੜੀ ਵੀ ਆਏ ਨੇ, ਅਸੀਂ ਸਾਰਿਆਂ ਨੂੰ ਅਪੀਲ ਵੀ ਕਰਾਂਗੇ, ਗੁਰੂ ਘਰ ਵੱਲੋਂ ਵੀ, ਮੈਨੇਜਮੈਂਟ ਵੱਲੋਂ ਵੀ, ਬੋਰਡ ਆਫ ਟਰਸਟੀ ਵੱਲੋਂ ਵੀ, ਜੋ ਵੀ ਤੁਸੀਂ ਅਫੋਰਡ ਕਰ ਸਕਦੇ ਹੋ ਕੋਸ਼ਿਸ਼ ਕਰੋ, ਕਿਉਂਕਿ ਇਹ ਆਪਣੇ ਬੱਚੇ ਨੇ ਪੰਜਾਬ 'ਚ ਬੈਠੇ, ਇਹ ਨਹੀਂ ਕੋਈ ਬਾਹਰੋਂ ਆਏ ਨੇ। ਉਹਨਾਂ ਦੀ ਜਿੰਨੀ ਤੁਸੀਂ ਸੇਵਾ ਕਰ ਸਕਦੇ ਹੋ ਕਰੋਗੇ। ਜੇ $1.5 ਹੈ ਤਾਂ ਮੇਰਾ ਕਹਿਣ ਦਾ ਮਤਲਬ ਜੇ $500 ਸਾਲ ਦਾ ਹੈ,
ਜ਼ਰੂਰੀ ਨਹੀਂ ਕਿ $4,000 ਇਕੱਠਾ ਦੇਣਾ, $500 ਦੇ 1 ਸਾਲ ਦਾ ਇਕੱਠਾ, ਮੁੜ ਕੇ ਆਪੇ ਫਿਰ ਅਗਲੇ ਸਾਲ ਆਏਗੀ ਉਦੋਂ ਫਿਰ ਭੇਜ ਦੂ। ਇਹ ਮੁਕਤ ਜੀ ਇੱਥੇ ਹੈਗੇ ਨੇ, ਇਹਨਾਂ ਦਾ ਨੰਬਰ ਹੈਗਾ, ਜਦੋਂ ਮਰਜ਼ੀ ਕਾਲ ਕਰੋ ਇਹਨਾਂ ਨੂੰ, ਇਹ ਹਾਜ਼ਰ ਹੋਣਗੇ ਤੁਹਾਡੇ। ਆਨਲਾਈਨ ਸਾਰਾ ਕੰਮ ਹੋ ਸਕਦਾ, ਜੋ ਵੀ ਕਰਨਾ ਚਾਹੋ ਉਹ ਤੁਹਾਡੀ ਸੇਵਾ ਵਿੱਚ ਵੀ ਹਾਜ਼ਰ ਹੋਣਗੇ। ਬਾਕੀ ਦਾਸ ਵੱਲੋਂ ਵੀ ਅਪੀਲ ਹੈ ਸਾਰੀ ਸੰਗਤ ਨੂੰ ਕਿ ਅਸੀਂ ਡਾਕਟਰ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਦੇ ਹਾਂ ਜਿਹੜੇ ਕਿ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਨੇ, ਅਤੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਇਸੇ ਤਰ੍ਹਾਂ ਹੀ ਕੌਮ ਦੀ ਅਤੇ ਕਮਿਊਨਿਟੀ ਦੀ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਸਰਦਾਰ ਸੁਖਚੈਨ ਸਿੰਘ ਜੀ। ਹੁਣ ਸਾਡੇ ਨਾਲ ਜੁੜੇ ਹੋਏ ਨੇ USA ਦੇ ਜਿਹੜੇ ਸੇਵਾਦਾਰ ਨੇ, ਵੱਧ ਚੜ੍ਹ ਕੇ ਹਰੇਕ ਉਪਰਾਲੇ ਵਿੱਚ ਇਹ ਉੱਪਰ ਹੁੰਦੇ ਨੇ, ਭੈਣ ਰਵੀਦੀਪ ਕੌਰ ਮੁਕਤਾ ਜਿਹੜੀ ਕਿ ਇਸ ਅਦਾਰੇ ਨਾਲ ਜੁੜੇ ਹੋਏ ਨੇ, ਬਹੁਤ ਪੁਰਾਣੇ। ਅਤੇ ਮੈਂ ਉਹਨਾਂ ਨੂੰ ਕਹੂੰਗਾ ਕਿ ਆਪਣੇ 2-3 ਮਿੰਟਾਂ ਆਪਦੇ ਜਿਹੜੇ ਵਿਚਾਰ ਸਾਂਝੇ ਕਰਨ ਇਸ ਟੂਰ ਬਾਰੇ, ਇਸ ਸਾਲ ਦੇ ਟੂਰ ਬਾਰੇ, ਅਤੇ ਉਸ ਤੋਂ ਬਾਅਦ ਫਿਰ ਬਾਬਾ ਜੀ ਤੋਂ ਆਪਾਂ ਕਲੋਜ਼ਿੰਗ ਕਰਾਵਾਂਗੇ। ਜੀ ਭੈਣ ਜੀ, ਸਵਾਗਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਐਕਚੁਅਲੀ ਆਪਰੇਸ਼ਨਲ ਜਿਹੜਾ ਸਾਰਾ ਪਾਰਟ ਹੈ ਉਹ ਡਾਕਟਰ ਦਵਿੰਦਰ ਵੀਰ ਜੀ ਨੇ, ਬਾਬਾ ਜੀ ਨੇ, ਅਤੇ ਰੂਬੀ ਵੀਰ ਜੀ ਨੇ, ਅਤੇ ਅਮਨਦੀਪ ਵੀਰ ਜੀ ਨੇ ਕਵਰ ਕਰਤਾ ਹੈ, ਕਿਉਂਕਿ ਉਹਦਾ ਸਾਨੂੰ ਜ਼ਿਆਦਾ ਡੀਟੇਲ ਨਹੀਂ ਪਤਾ ਹੁੰਦਾ, ਉਹਨਾਂ ਨੇ ਤਾਂ ਡੈਪਥ 'ਚ ਜਾ ਕੇ। ਬਸ ਮੈਂ ਤਾਂ ਇੱਕ ਚੀਜ਼ ਕਹਾਂਗੀ ਕਿ ਬਹੁਤ ਭਾਗਾਂ ਵਾਲੇ ਹਾਂ ਕਿ ਸਾਨੂੰ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਇਸ ਜਨਮ ਵਿੱਚ ਦਰਸ਼ਨ ਕਰਨ ਨੂੰ ਮਿਲੇ, ਉਹਨਾਂ ਦਾ ਸਾਥ ਮਿਲਿਆ, ਕਿਉਂਕਿ ਮੈਨੂੰ ਉਹਨਾਂ ਨੇ ਪੜ੍ਹਾਇਆ ਪੜੂ ਸਾਹਿਬ ਦੇ ਵਿੱਚ, ਅਤੇ ਉਹਨਾਂ ਨੇ ਫਿਰ ਡੋਰੀ ਟੁੱਟਣ ਨਹੀਂ ਦਿੱਤੀ। ਸੋ ਬਚਪਨ ਤੋਂ ਲੈ ਕੇ ਅੱਜ ਮੈਂ 42 ਸਾਲਾਂ ਦੀ ਹਾਂ, ਉਹਨਾਂ ਨੇ ਦੂਰ ਵੀ ਨਹੀਂ ਜਾਣ ਦਿੱਤਾ। ਬਚਪਨ ਤੋਂ ਪੜ੍ਹਾਇਆ ਲਿਖਾਇਆ, ਫਿਰ ਨਾਲ ਕਨੈਕਟ ਰੱਖਿਆ। ਇਹ ਸੇਵਾ ਸ਼ਾਇਦ ਉਹਨਾਂ ਨੇ ਬਖਸ਼ਣੀ ਸੀਗੀ। ਅਤੇ ਮੈਂ ਇੱਕ ਚੀਜ਼ ਬਾਬਾ ਜੀ ਨੇ ਮੈਨੂੰ 2013 ਦੇ ਵਿੱਚ ਕਹੀ ਸੀਗੀ। ਅਸੀਂ ਉੱਥੇ ਸੇਂਟ ਲੂਇਸ ਉੱਧਰ ਆਪਣਾ ਸਾਲਟ ਲੇਕ ਸਿਟੀ ਏਅਰਪੋਰਟ 'ਤੇ ਖੜ੍ਹੇ ਸੀਗੇ 14 ਵਿੱਚ, ਅਤੇ ਚਰਨਜੀਤ ਭੈਣ ਜੀ, ਰੂਬੀ ਵੀਰ ਜੀ, ਅਸੀਂ ਫੋਟੋਆਂ ਖਿੱਚ ਰਹੇ ਸੀ। ਅਤੇ ਮੈਨੂੰ ਬਾਬਾ ਜੀ ਕਹਿੰਦੇ ਤੂੰ ਇੱਧਰ ਆ, ਅਤੇ ਮੈਂ ਗੋਡੇ ਮੋੜ ਕੇ, ਬਾਬਾ ਜੀ ਵੀਲ ਚੇਅਰ 'ਤੇ ਬੈਠੇ ਸੀ ਬੋਰਡਿੰਗ ਦੇ ਬਾਹਰ, ਅਤੇ ਮੈਨੂੰ ਕਹਿੰਦੇ ਕਿ ਤੇਰੀ ਕਿੰਨੀ ਉਮਰ ਹੋ ਗਈ? ਅਤੇ ਮੈਂ ਬਾਬਾ ਜੀ ਨੂੰ ਕਿਹਾ, ਮੈਂ ਕਿਹਾ ਬਾਬਾ ਜੀ ਮੈਂ 32 ਸਾਲ ਦੀ ਹੋ ਗਈ ਹਾਂ। ਅਤੇ ਮੈਨੂੰ ਕਹਿੰਦੇ ਕਿ ਇਹ ਮੁੜ ਮੁੜ ਕੇ ਦਇਆ ਨਹੀਂ ਮਿਲਣੀਆਂ ਬੇਟਾ, ਤੂੰ ਆਪਣੀ ਜਵਾਨੀ ਲਾ ਦੇ ਗੁਰੂ ਦੇ ਲੇਖੇ। ਅਤੇ ਸੋ ਸਾਰੇ ਦੁਨੀਆ ਵਿੱਚ ਆਉਂਦੇ ਹਾਂ, ਚਲੇ ਜਾਂਦੇ ਹਾਂ। ਅਸੀਂ ਅੱਜ ਬਾਬਾ ਜੀ ਯਾਦ ਕਰ ਰਹੇ ਹਾਂ। ਜਦੋਂ ਬਾਬਾ ਜੀ ਦਾ ਫਿਊਨਰਲ ਸੀਗਾ, ਕਰੋੜਾਂ ਦੁਨੀਆ ਰੋ ਰਹੀ ਸੀਗੀ ਉਹਨਾਂ ਦੇ ਫਿਊਨਰਲ 'ਤੇ ਕਿ ਬਾਬਾ ਜੀ ਇਸ ਦੁਨੀਆ ਤੋਂ ਕਿਉਂ ਚਲੇ ਗਏ, ਕਿਉਂਕਿ ਉਹ ਪੈਦਾ ਹੋਏ ਸੀਗੇ ਸਾਡੇ ਪੰਜਾਬ ਗੁਰੂਆਂ ਦੀ ਧਰਤੀ ਦੀ ਰਾਖੀ ਕਰਨ ਵਾਸਤੇ। ਅਤੇ ਪਰਮਾਤਮਾ ਨੂੰ ਵੀ ਪਤਾ ਸੀਗਾ ਕਿ ਇਹ ਹਾਲਾਤ ਪੰਜਾਬ ਦੇ ਬਣਨਗੇ। ਪਹਿਲੇ ਘੱਲੂਘਾਰੇ 'ਚ ਪੰਜਾਬ ਗਿਆ, ਫਿਰ 92 ਦੇ ਵਿੱਚ ਪੰਜਾਬ ਗਿਆ, ਫਿਰ ਨਸ਼ਿਆਂ ਦੇ ਵਿੱਚ ਪੰਜਾਬ ਰੁੜ ਗਿਆ। ਅਤੇ ਬਾਬਾ ਜੀ ਦੇ ਅੰਦਰ ਵਾਹਿਗੁਰੂ ਨੇ ਇਹ ਸੋਝੀ ਪਾ ਕੇ ਇੰਨੀ ਵੱਡੀ ਸੇਵਾ ਬਾਬਾ ਜੀ ਕੋਲੋਂ ਲਈ ਹੈ। ਅਤੇ ਉਸ ਤੋਂ ਬਾਅਦ ਬਾਬਾ ਜੀ ਨੂੰ ਅਕਾਲ ਪੁਰਖ ਇੰਨੇ ਵੱਡੇ ਵੱਡੇ ਹੀਰੇ ਦੇ ਕੇ ਗਏ ਨੇ, ਜਿਵੇਂ ਬਾਬਾ ਜੀ, ਬਾਬਾ ਦਵਿੰਦਰ ਸਿੰਘ ਜੀ। ਤੁਸੀਂ ਇੰਨੀ ਮਾਇਆ ਛੱਡ ਕੇ ਮਤਲਬ ਕਿਸ ਤਰ੍ਹਾਂ ਕਿ ਤੁਸੀਂ ਆਪਣੀ ਪ੍ਰੈਕਟਿਸ ਛੱਡ ਦਿਓ। ਦਿੱਲੀ ਵਰਗੇ ਸ਼ਹਿਰ ਵਿੱਚ ਇਹਨਾਂ ਦੀ ਵਾਈਫ ਵੀ, ਭੈਣ ਜੀ ਵੀ ਆਈ ਸਰਜਨ ਹੋਣ, ਇੰਨਾ ਪੈਸਾ ਛੱਡ ਕੇ, ਚਿੱਟਾ ਛੋਲਾ ਪਾ ਕੇ, ਅਤੇ ਜਾ ਕੇ ਉੱਥੇ ਜ਼ਿੰਦਗੀ ਦੇ 35-40 ਸਾਲ ਦੇ ਨੇ। ਕਿਹਦੇ ਵਾਸਤੇ? ਆਪਣੇ ਬੱਚਿਆਂ ਵਾਸਤੇ ਤਾਂ ਆਪਾਂ ਦਿੰਦੇ ਹਾਂ, ਲੱਕ ਤੋੜਦੇ ਹਾਂ, ਦੌੜਦੇ ਹਾਂ, ਭੱਜਦੇ ਹਾਂ। ਕਿਹਦੇ ਵਾਸਤੇ? ਪੰਜਾਬ ਦੇ ਬੱਚਿਆਂ ਵਾਸਤੇ, ਕੌਮ ਦੇ ਬੱਚੇ, ਕੌਮ ਦੇ ਹੀਰਿਆਂ ਵਾਸਤੇ। ਜੋ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਕਹਿ ਕੇ ਗਏ ਸੀ ਕਿ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਤੇ ਆਪ ਅਕਾਲ ਪੁਰਖ ਸੀ, ਉਹ ਕਰ ਗਏ, ਬਟ ਇਨਸਾਨ ਕਿਸ ਤਰ੍ਹਾਂ ਕਰ ਸਕਦਾ ਵੇ, ਉਹ ਐਗਜ਼ਾਮਪਲ ਬਾਬਾ ਜੀ ਨੇ ਸਾਨੂੰ ਦਿਖਾ ਕੇ ਦਿੱਤੀ ਕਿ ਸਾਡੀ ਜ਼ਿੰਦਗੀ ਵਿੱਚ ਹੁਣ ਬਾਬਾ ਜੀ ਦਾ ਸਾਥ ਮਿਲ ਗਿਆ, ਬਾਬਾ ਦਵਿੰਦਰ ਸਿੰਘ ਜੀ ਦਾ। ਆਈ ਹੋਪ ਅਸੀਂ ਵੀ 70-80 ਸਾਲ ਦੇ ਬੁੱਢੇ ਹੋ ਕੇ ਇਹਨਾਂ ਨਾਲ ਹੀ ਮਰਾਂਗੇ। ਅਤੇ ਬਸ ਮੈਂ ਤਾਂ ਇਹ ਅਪੀਲ ਕਰਾਂਗੀ ਸਾਰਿਆਂ ਨੂੰ ਕਿ ਆਪਣੇ ਵਾਸਤੇ ਜੀਣਾ ਤੇ ਠੀਕ ਹੈ, ਜੀਣਾ ਅੱਛੀ ਲਾਈਫ ਸਾਨੂੰ ਵਾਹਿਗੁਰੂ ਨੇ ਦਿੱਤੀ ਹੈ, ਕਰਮਾਂ ਵਾਲਿਆਂ ਉਹਨਾਂ ਬੱਚਿਆਂ ਵਾਸਤੇ ਕੁਝ ਕਰਕੇ ਜਾਈਏ। ਆਪਣੇ ਵਾਲਿਆਂ ਨੇ ਤੇ ਆਪਣੇ ਬੱਚੇ ਤੇ ਆਪਾਂ ਨੂੰ ਜੋ ਦੇਣਗੇ, ਬਟ ਜਦੋਂ ਉਹਨਾਂ ਬੱਚਿਆਂ ਦਾ ਭਲਾ ਹੋਏਗਾ, ਉਹਨਾਂ ਬੱਚਿਆਂ ਦੀਆਂ ਮਾਵਾਂ ਦੀ ਕੁੱਖਾਂ ਨੂੰ ਠੰਡ ਪਏਗੀ। 3 ਜਨਰੇਸ਼ਨ ਤੋਂ ਬਾਅਦ ਜਿਹੜੇ ਬੱਚੇ ਨੇ ਉਹ ਹੁਣ ਸਕੂਲਾਂ ਦੇ ਵਿੱਚ ਜਾ ਰਹੇ ਨੇ, ਔਰ ਬੇਹੱਦ ਗਰੀਬ ਘਰਾਂ ਦੇ। ਕਿਉਂਕਿ ਮੈਂ ਐਤਕੀ ਅਪ੍ਰੈਲ ਦੀ ਵਿਜ਼ਿਟ ਵਿੱਚ 8 ਅਕਾਲ ਅਕੈਡਮੀਜ਼ ਵਿੱਚ ਗਈ ਸੀਗੀ,
ਤੇ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ। ਮੈਂ ਲੁਧਿਆਣੇ ਸ਼ਹਿਰ ਤੋਂ ਹੈਗੀ ਹਾਂ, ਪਟਿਆਲਾ, ਹਾਲਾਂਕਿ ਉਹ ਫਿਰ ਵੈਲ ਟੂ ਡੂ ਸ਼ਹਿਰ ਨੇ, ਬਟ ਪਿੰਡਾਂ ਦੇ ਵਿੱਚ ਅੱਜ ਵੀ 2 ਵੇਲੇ ਦੀ ਰੋਟੀ ਪੂਰੀ ਨਹੀਂ ਬਣਦੀ, 1 ਵੇਲੇ ਦੀ ਬਣਦੀ ਹੈ ਤੇ 1 ਵੇਲੇ ਦੀ ਨਮਕ ਨਾਲ ਖਾ ਲੈਂਦੇ ਨੇ। ਤੇ ਜੇ ਇਹ ਟਰਸਟ ਨਾ ਅਗਰ ਕਰਦੀ, ਇਹ ਸਕੂਲ ਖੋਲ੍ਹਦੀ, ਉਹਨਾਂ ਨੂੰ ਨਾ ਹਿੰਮਤ ਮਿਲਦੀ, ਤੇ ਉਹ 70,000 ਬੱਚਿਆਂ ਦਾ ਫਿਊਚਰ ਕੁਛ ਵੀ ਨਹੀਂ ਹੋਣਾ ਸੀ। ਹੋਰ ਸਾਡੀ ਜੜ ਪੰਜਾਬ ਹੈ, ਜੇ ਜੜ ਹੀ ਨਹੀਂ ਰਹੀ ਤੇ ਸਾਡਾ ਤੇ ਕੋਈ ਅਸਤਿਤਵ ਵੀ ਨਹੀਂ ਰਹਿ ਜਾਣਾ। ਸਾਡੇ ਗੁਰੂਆਂ ਦੀ ਧਰਤੀ ਨਾ ਰਹੀ ਤੇ ਉੱਥੇ ਭਈਏ ਪੁੱਗੇ, ਸਾਰੇ ਕਬਜ਼ੇ ਉੱਥੇ ਆ ਗਏ ਤੇ ਖਤਮ ਪੰਜਾਬ ਹੋ ਜਾਣਾ। ਸੋ $500 1 ਸਾਲ ਦਾ, ਤੇ ਉਸ ਤੋਂ ਬਾਅਦ $4,000 ਜੇ ਦਿੰਦੇ ਹਾਂ ਤੇ ਪੂਰੀ 14 ਸਾਲ ਦੀ ਪੜ੍ਹਾਈ ਦਾ ਖਰਚਾ ਜਿਹੜਾ ਵੇ ਇੱਕ ਬੱਚੇ ਨੂੰ ਅਸੀਂ ਬਿਲਕੁਲ ਪੈਰਾਂ ਤੇ ਖੜਾ ਕਰ ਸਕਦੇ ਹਾਂ। ਔਰ ਸਭ ਤੋਂ ਵੱਡਾ ਦਾਨ ਜਿਹੜਾ ਐਜੂਕੇਸ਼ਨ ਦਾ ਦਾਨ ਹੈਗਾ ਵੇ। ਸੋ ਮੈਂ ਇਹੀ ਸਾਰੀ ਜਿਹੜੇ ਵਿਊਅਰ ਵੀ ਦੇਖ ਰਹੇ ਨੇ ਆਪਣਾ ਪ੍ਰੋਗਰਾਮ, ਆਲਵੇਜ਼ ਅਮਰੀਕਾ ਦੀਆਂ ਸੰਗਤਾਂ ਨੇ ਬਹੁਤ ਸਪੋਰਟ ਕੀਤਾ, ਬਹੁਤ ਸਪੋਰਟ। ਹੁਣ ਤੱਕ ਜਿੰਨੀਆਂ ਅਕੈਡਮੀਜ਼ ਬਣੀਆਂ, ਬਾਬਾ ਜੀ ਪਿਛਲੇ 30 ਸਾਲਾਂ ਤੋਂ ਅਮਰੀਕਾ ਆ ਰਹੇ। ਸੋ ਦੇਖੋ ਅੱਜ ਤੁਹਾਡੇ ਆਨੇ ਦੁਆਨੇ ਦੇ ਨਾਲ ਸੰਸਥਾ ਕਿੱਥੇ ਤੱਕ ਆ ਗਈ ਹੈ, ਬਟ ਹਾਲੇ ਵੀ ਬਹੁਤ ਲੋੜ ਹੈਗੀ ਹੈ। ਔਰ ਸਪੈਸ਼ਲੀ ਸੈਂਟ ਲੂਇਸ ਦੀ ਸੰਗਤਾਂ ਦਾ, ਸੁਖਚੈਨ ਅੰਕਲ ਦਾ, ਆਪਣਾ ਡਾਕਟਰ ਗੁਰਪ੍ਰਤਾਪ ਸਿੰਘ ਜੀ ਦਾ, ਸੋਫੀਆ ਜੀ ਦਾ, ਤੇ ਸਾਰੀ ਸੰਗਤ ਦਾ, ਜਿਹੜੇ ਕੱਲ ਵੀ ਭੈਣ ਜੀ ਆਏ ਸੀਗੇ। ਸੋ ਉੱਥੇ ਡਾਕਟਰ ਸਾਹਿਬ ਦੇ ਘਰ ਹੈ ਨਾ, ਤੇ ਦਿਲੋਂ ਬਹੁਤ ਬਹੁਤ ਥੈਂਕ ਯੂ। ਔਰ ਸਪੈਸ਼ਲੀ ਤੁਹਾਡਾ ਵੀਰ ਜੀ, ਪੈਨੀ ਜੀ ਦਾ, ਸੁੱਖਾ ਵੀਰ ਜੀ ਦਾ, ਕਿਉਂਕਿ ਤੁਹਾਡਾ ਸਾਥ ਬਹੁਤ ਮਾਇਨੇ ਰੱਖਦਾ ਸਾਡੇ ਵਾਸਤੇ ਇਸ ਮਿਸ਼ਨ ਦੇ ਵਿੱਚ। ਤੇ ਬਸ ਮੈਂ ਇਹੋ ਕਹਿਣਾ, ਬਹੁਤ ਵੱਡਾ ਬੋਲਤਾ, ਸੌਰੀ, ਬਟ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਭੈਣ ਜੀ। ਅਸੀਂ ਵੀ ਅਰਦਾਸ ਕਰਾਂਗੇ ਅਖੀਰ ਦੇ ਵਿੱਚ ਕਿ ਅਦਾਰਾ ਚੜ੍ਹਦੀ ਕਲਾ 'ਚ ਰਹੇ, ਜੋ ਸਾਡੇ ਤੋਂ ਹਿੱਸਾ ਪਊਗਾ ਪਾਵਾਂਗੇ। ਅਖੀਰ ਦੇ ਵਿੱਚ ਮੈਂ ਬਾਬਾ ਜੀ ਨੂੰ, ਸੰਤ ਬਾਬਾ ਡਾਕਟਰ ਦਵਿੰਦਰ ਸਿੰਘ ਜੀ ਨੂੰ ਕਹੂੰਗਾ ਕਿ ਕੀ ਸੰਦੇਸ਼ਾ ਦੇਣਾ ਚਾਹੁੰਦੇ ਅਖੀਰ ਦੇ ਵਿੱਚ NRIs ਨੂੰ, ਖਾਸ ਕਰਕੇ ਸੈਂਟ ਲੂਇਸ ਦੀ ਸੰਗਤ ਨੂੰ। 5-4 ਮਿੰਟ ਹੈਗੇ ਆ, ਤੁਸੀਂ ਇਹਦੀ ਜਿਹੜੀ ਸਮਾਪਤੀ ਕਰੋ। ਥੈਂਕ ਯੂ ਜੀ। 2 ਹੀ ਸੰਦੇਸ਼ ਦਾਸ ਅਖੀਰ 'ਚ ਦੇਣਾ ਚਾਹੇਗਾ ਸੰਗਤ ਨੂੰ। ਪਹਿਲਾ ਕਿ 2019 ਵਿੱਚ ਮਹਾਪੁਰਸ਼ਾਂ ਨੇ ਆਪਣਾ ਸੁਨੇਹਾ ਦੇ ਕੇ ਸੰਗਤਾਂ ਦੇ ਚਰਨਾਂ 'ਚ ਭੇਜਿਆ ਸੀ ਦਾਸ ਨੂੰ, ਤੇ ਅਸੀਂ ਬੇਨਤੀ ਕੀਤੀ ਸੀ ਕਿ ਜੋ ਲੋਨ ਮਹਾਪੁਰਸ਼ਾਂ ਨੇ ਚੁੱਕਿਆ ਸੀਗਾ ਆਪਣੇ ਸਿਰ ਤੇ 110 ਕਰੋੜ ਦਾ, ਉਹ ਤਕਰੀਬਨ $15 ਮਿਲੀਅਨ ਦਾ ਲੋਨ ਅਸੀਂ ਲਿਆ ਸੀਗਾ, ਤੇ 2019 ਤੱਕ $7 ਮਿਲੀਅਨ ਬਾਕੀ ਰਹਿ ਗਿਆ ਸੀ। ਪੈਨੀ ਜੀ ਨੇ ਨਾਲ ਸਾਡੇ ਮਿਲ ਕੇ ਇਹ ਅਸੀਂ ਐਲਾਨ ਕੀਤਾ, ਸੰਗਤ ਨੂੰ ਬੇਨਤੀ ਕੀਤੀ ਜੀ ਕਿ ਲੈਟਸ ਮੇਕ ਬੜੂ ਸਾਹਿਬ ਡੈਟ ਫਰੀ। ਤੇ ਉਸ ਮੁਹਿੰਮ ਨਾਲ ਸਾਡੇ $3 ਮਿਲੀਅਨ ਲੋਨ ਅਸੀਂ ਵਾਪਸ ਕਰ ਪਾਏ। ਸੰਗਤ ਨੇ ਸਾਨੂੰ ਇਤਨਾ ਪਿਆਰ ਦਿੱਤਾ, ਇਤਨਾ ਸਪੋਰਟ ਦਿੱਤਾ, ਨਾ ਹੀ USA ਦੀ, ਆਲ ਓਵਰ ਦਾ ਵਰਲਡ, ਤੇ ਪੰਜਾਬ, ਹਰਿਆਣਾ, ਦਿੱਲੀ, ਸਾਰੀ ਸੰਗਤ ਨੇ ਮਿਲ ਕੇ ਸਾਨੂੰ ਇਤਨਾ ਪਿਆਰ ਦਿੱਤਾ, ਸਪੋਰਟ ਦਿੱਤਾ। ਪਰ ਇਸ ਵੇਲੇ ਵੀ 30 ਕਰੋੜ ਰੁਪਇਆ ਯਾਨੀ $4 ਮਿਲੀਅਨ ਲੋਨ ਅਜੇ ਵੀ ਬਾਕੀ ਹੈ। ਸੋ ਦਾਸ ਇਹ ਬੇਨਤੀ ਕਰੇਗਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜੋ ਕਮਾਈ ਹੈ ਇਸ 'ਚੋਂ ਸਾਨੂੰ ਖੁਸ਼ੀ ਮਿਲੇ, ਸ਼ਾਂਤੀ ਮਿਲੇ, ਪੀਸ ਮਿਲੇ, ਫਿਰ ਗੁਰੂ ਸਾਹਿਬ ਦਾ ਆਦੇਸ਼ ਹੈ ਕਿ ਸਾਨੂੰ ਦਸਵੰਤ ਜ਼ਰੂਰ ਕੱਢਣਾ ਚਾਹੀਦਾ। ਨਹੀਂ ਤੇ ਅਸੀਂ ਪੈਸੇ ਕਮਾ ਲਵਾਂਗੇ, ਕੰਫਰਟਸ ਲੈ ਲਵਾਂਗੇ, ਸ਼ਾਂਤੀ ਨਹੀਂ ਆਏਗੀ, ਆਨੰਦ ਨਹੀਂ ਆਏਗਾ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਬੜੇ ਅਫਸੋਸ ਦੀ ਗੱਲ ਹੋਏਗੀ ਕਿ ਸਾਡੇ ਬੈਂਕ ਬੈਲੈਂਸ ਤੇ ਭਰੇ ਹੋਏ ਰਹਿਣ ਤੇ ਗੁਰੂ ਘਰ ਦੀ ਇਹ ਸੰਸਥਾ ਉਸ 'ਤੇ ਲੋਨ ਚੜਿਆ ਰਹੇ 10 ਸਾਲਾਂ ਬਾਅਦ ਵੀ। ਸੋ ਇਹ 30 ਕਰੋੜ ਦਾ ਲੋਨ ਅਜੇ ਵੀ ਬਾਕੀ ਹੈ। ਦਾਸ ਹੱਥ ਬਣ ਕੇ ਬੇਨਤੀ ਕਰਦਾ ਹੈ, ਸਾਰੇ ਇਸ ਵਾਰੀ ਜੇ ਇੱਕ ਵਾਰੀ ਹੁੰਗਾਰਾ ਭਰੀਏ ਤੇ ਇਹ ਇਸ ਵਿਜ਼ਿਟ ਵਿੱਚ 1 ਮਹੀਨੇ ਵਿੱਚ ਹੀ ਇਹ ਲੋਨ ਬੜੇ ਆਰਾਮ ਨਾਲ ਸਾਰਾ ਖਤਮ ਹੋ ਸਕਦਾ ਹੈ। ਦੂਸਰੀ ਬੇਨਤੀ ਦਾਸ ਕਰੇਗਾ ਕਿ ਬੜਾ ਹੀ ਕ੍ਰਿਟੀਕਲ ਟਾਈਮ ਆਇਆ ਹੋਇਆ ਹੈ ਪੰਜਾਬ ਵਾਸਤੇ। ਰੋਜ਼ ਅਸੀਂ ਸੁਣਦੇ ਹਾਂ ਕਿ ਕਨਵਰਜਨਸ ਹੋ ਰਹੀਆਂ, ਸਾਡੇ ਬੱਚੇ ਈਸਾਈ ਬਣ ਰਹੇ ਹਨ। ਇਹ ਮੇਜਰ ਪ੍ਰੋਬਲਮ ਬਾਰਡਰ ਬੈਲਟ 'ਤੇ ਹੈ। ਫਿਰੋਜ਼ਪੁਰ, ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ, ਇਹ 4 ਜ਼ਿਲ੍ਹੇ। ਤੇ ਬਾਬਾ ਜੀ ਦਾ ਅੱਜ ਸਾਡੀ ਕੌਮ ਇਸ ਵਾਸਤੇ ਜਾਗਰੂਕ ਹੋਈ ਹੈ। ਬਾਬਾ ਜੀ ਪਿਛਲੇ 15 ਸਾਲਾਂ ਤੋਂ ਸਾਨੂੰ ਇਹੀ ਪੁਸ਼ ਕਰ ਰਹੇ ਸੀ ਕਿ ਵੀ ਬਾਰਡਰ ਬੈਲਟ ਨੂੰ ਸੈਚੂਰੇਟ ਕਰ ਦਿਓ।
इस इलाके में साढ़े 15-16 स्कूल ऑल अलोंग द बॉर्डर फ्रॉम नॉर्थ टू साउथ असी ये बनाए हुए हैं। सारा इंफ्रास्ट्रक्चर रेडी है। हुण संगत दे असीं हत्थ बन के बेनती करते हैं कि साडे जिहड़े बच्चे ईसाई बन रहे हैं इस वास्ते बन रहे हैं कि असी सारिਆਂ ने ਜਿਹੜੇ ਅਸੀਂ ਧਨਾੜ हो गए पैसे कमा ले या सारी संस्थावां दे आगू असी उन लोड़मंद गरीब सिखां दी असी जो हालत वाल ध्यान नहीं दिता। इकनॉमिक प्रेशर्स के कारण उन्होंने वो जो धर्म अपनाया ईसाई का, क्योंकि ईसाइयों ने आके उन्होंने इकनॉमिक सपोर्ट दी। जो साडा फर्ज सी असी वो नहीं निभाया, असी अणगहली कर ली, तां वो बच्चे उस पासे तुर पे। अज का समा भी है, जे असी वो अणगहली तो हट जावांगे, असी अपनी जिम्मेवारी समझ लवांगे तो ये बच्चे मुड़ दोबारा गुरसिੱਖੀ ਵਿੱਚ आ जाएंगे। सब तो वड्डा परोपकार का ये तुहाडा एक कारज होएगा कि असी इन बच्चों की एजुकेशन सपोर्ट कर दईए। केवल $500 साल की एजुकेशन का खर्चा है। असी साडे कोल उस बॉर्डर बेल्ट विच घटो घट 20,000 सीटां खाली पईयां इन बच्चों को लैण वास्ते जिहड़े कि उसने अफोर्ड नहीं कर पा रहे। बाबा जी तो बहुत बारी कहते सी कि जे साडे कोल पैसा होए तो असी केवल गरीब बच्चे पढ़ाइए, अमीरां दे बच्चे ना पढ़ाइए। पर क्योंकि ये सैल्फ फाइनैंसड इंस्टीट्यूशन है, सो साडे कोल जितनी साडी गुंजाइश है अजे भी साडे जो अपने एफर्ट्स के नाल तकरीबन 25,000 बच्चा 60,000 बच्चों चो फ्री पढ़ रहे हैं। तो ये जो थोड़ा जा होर सपोर्ट जो सानू मिल जाती है, संगत की बिल्डिंगां बनियां हुई हैं, केवल असी बच्चों को फाइनैंस कर दईए तो साढ़े ये 20,000 बच्चे जिहड़े कि कगार ते खड़े हुए हैं धर्म परिवर्तन दे, असी उन्हें बचा पावांगे। सो यही दास का पार्टिंग मैसेज है। असी अपनी रिस्पॉन्सिबिलिटी एज अ रिस्पॉन्सिबल कम्यूनिटी, एज अ रिस्पॉन्सिबल माइनॉरिटी कम्यूनिटी असी समझ लईए कि जे असी चाहते हैं कि साडी कौम चढ़दी कला विच रहे तो फिर इक्को ही एक तरीका है कि असी पिंड दे बच्चों को हाईएस्ट एजुकेशन इंडिया विच ही दईए, उस तो बाद वो PR लैके बाहर आके पूरी दुनिया में जान। ये दास का मैसेज है। दास फिर बेनती कर रहे हैं कि ये असी जो महापुरुषों बाबा इकबाल सिंह जी जो ये पूरने पाए हैं, असी इन पूरनियां ते चलीए तो असी बच्चे संभाल लीए अपने। वाहिगुरु जी का खालसा, वाहिगुरु जी की फतेह। दर्शकों बहुत सोहना विस्तार ना बाबा जी ने दिता। जी करता इदा कंटिन्यू करिए पर वक्त इजाजत नहीं दे रहा। आप कोशिश करांगे तुहाडे रूबरू फिर कल नूं उचेचे तौर पर शिकागो तो असीं तुहाडे रूबरू होवांगे यही प्रोग्राम लैके। कहंदे हुंदे जिद्दां मैं रिपीट करूँगा, सहयोग तिल दा भी सहयोग फुੱਲ ਦਾ भी, जिन्ने जोगे है ਆਪਾਂ ਇਸ ਅਦਾਰੇ ਨੂੰ ਹੁੰਗਾਰਾ ਭਰੀਏ। ਅਖੀਰ ਦੇ ਵਿੱਚ ਜੇ ਕੋਈ ਗਲਤੀ ਹੋ ਗਈ ਮਾਫ ਕਰਨਾ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਅਦਾਰਾ ਜਸ ਪੰਜਾਬੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।